ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਵਿੰਦਰ ਸਿੰਘ ਰਾਜ ਤਹਿ ਦਿਲੋਂ ਸਵਾਗਤ ਕਰਦਾ ਜੀ। ਲੈ ਕੇ ਹਾਜ਼ਰ ਹਾਂ ਜੀ ਖਾਸ ਪ੍ਰੋਗਰਾਮ ਦੀਵਾਲੀ ਸਪੈਸ਼ਲ ਬੰਦੀ ਛੋੜ ਦਿਵਸ ਦੇ ਮੌਕੇ ਤੇ ਖਾਸ ਵਿਚਾਰ ਚਰਚਾ। ਅੱਜ ਦਾ ਦਿਨ ਦੀਵਾਲੀ ਦਾ ਦਿਨ ਸਾਡੇ ਹਿੰਦੁਸਤਾਨ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਇੰਝ ਕਹਿ ਲਈਏ ਕਿ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਰਹਿੰਦੇ ਭਾਰਤੀ ਦੇ ਲਈ ਇਹ ਦਿਨ ਬਹੁਤ ਹੀ ਮਹੱਤਵ ਰੱਖਦਾ। ਅਲੱਗ-ਅਲੱਗ ਧਰਮਾਂ ਦੀਆਂ ਅਲੱਗ-ਅਲੱਗ ਵਿਚਾਰਧਾਰਾਵਾਂ ਇਸ ਦਿਨ ਦੇ ਨਾਲ ਜੁੜੀਆਂ ਹੋਈਆਂ ਨੇ ਔਰ ਜਿੱਥੇ ਧਾਰਮਿਕ ਵਿਚਾਰਧਾਰਾਵਾਂ ਜੁੜੀਆਂ ਨੇ ਉੱਥੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਕੁਰੀਤੀਆਂ ਵੀ ਇਸ ਦਿਨ ਦੇ ਨਾਲ ਜੁੜ ਚੁੱਕੀਆਂ ਨੇ। ਸੋ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਦੇ ਲਈ ਅੱਜ ਮੇਰੇ ਨਾਲ ਮੌਜੂਦ ਨੇ ਇਸ ਪ੍ਰੋਗਰਾਮ ਦੇ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਪ੍ਰੀਤ ਸਿੰਘ ਜੀ। ਆਓ ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਦਾ ਸਿਲਸਿਲਾ ਜਾਰੀ ਕਰਦੇ ਹਾਂ ਜੀ। ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਖਾਲਸਾ ਪ੍ਰਚਾਰ ਮਿਸ਼ਨ ਦੀ ਸਾਰੀ ਟੀਮ ਵੱਲੋਂ ਜੀ ਆਪ ਜੀ ਨੂੰ ਬੰਦੀ ਛੋੜ ਦਿਵਸ ਦੀਆਂ ਦੀਵਾਲੀ ਦੇ ਤਿਉਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ। ਆਪ ਜੀ ਨੂੰ ਵੀ ਔਰ ਸਾਰੇ ਖਾਲਸਾ ਪੰਥ ਨੂੰ ਮੁਬਾਰਕਾਂ। ਭਾਈ ਸਾਹਿਬ ਜੀ ਦੀਵਾਲੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਆਪਾਂ ਮਨਾਉਂਦੇ ਆ, ਸਾਰੇ ਹੀ ਮਨਾਉਂਦੇ ਨੇ। ਬੰਦੀ ਛੋੜ ਦਿਵਸ ਕਹਿ ਲਓ, ਦੀਵਾਲੀ ਕਹਿ ਲਓ। ਜ਼ਿਆਦਾਤਰ ਸਾਡੇ ਹਿੰਦੁਸਤਾਨ ਦੇ ਵਿੱਚ ਤਕਰੀਬਨ ਸਾਰੇ ਹੀ ਭਾਰਤ ਵਿੱਚ ਮਨਾਇਆ ਜਾਂਦਾ ਔਰ ਜੇ ਧਾਰਮਿਕ ਪਰੰਪਰਾਵਾਂ ਦੀ ਗੱਲ ਕਰੀਏ ਤਾਂ ਹਿੰਦੂ ਤੇ ਸਿੱਖਾਂ ਦੀ ਜ਼ਿਆਦਾਤਰ ਜੋੜੀ ਜਾਂਦੀ ਹੈ, ਬਾਕੀ ਕਿਸੇ ਦਾ ਸੁਣਨ ਨੂੰ ਨਹੀਂ ਮਿਲਦਾ। ਤੇ ਤੁਹਾਡੇ ਤੋਂ ਅਸੀਂ ਜਾਣਕਾਰੀ ਲੈਣੀ ਚਾਹਾਂਗੇ ਵੀ ਹੋਰ ਵੀ ਕੋਈ ਧਰਮ ਦੇ ਨਾਲ ਇਹ ਦਿਨ ਸੰਬੰਧ ਰੱਖਦਾ ਜਾਂ ਕੇਵਲ ਹਿੰਦੂ ਸਿੱਖਾਂ ਨਾਲ ਹੀ ਸੰਬੰਧ ਰੱਖਦਾ ਜੀ? ਦੀਵਾਲੀ ਦਾ ਜਿਹੜਾ ਤਿਉਹਾਰ ਹੈ ਹਿੰਦੁਸਤਾਨੀ ਪਰੰਪਰਾ ਵਿੱਚ ਕਈ ਸਦੀਆਂ ਤੋਂ ਮਨਾਇਆ ਜਾਂਦਾ ਹੈ। ਇਹਦਾ ਸਿੱਖੀ ਸਿਧਾਂਤਾਂ ਨਾਲ ਜਾਂ ਸਿੱਖ ਪਰੰਪਰਾ ਨਾਲ ਵੀ ਕੋਈ ਬਹੁਤਾ ਸੰਬੰਧ ਨਹੀਂ ਹੈ। ਇਹ ਸਨਾਤਨ ਮਤ ਦਾ ਤਿਉਹਾਰ ਹੈ। ਬੇਸਿਕਲੀ ਇਸ ਦਿਨ ਲక్ష్ਮੀ ਦੀ ਪੂਜਾ ਉਹ ਲੋਕ ਕਰਦੇ ਨੇ। ਹਾਂਜੀ, ਲక్ష్ਮੀ ਦੀ ਪੂਜਾ ਦੇ ਨਾਲ ਸੰਬੰਧਿਤ ਇਹ ਤਿਉਹਾਰ ਹੈ ਦੀਵਾਲੀ ਦਾ ਤਿਉਹਾਰ। ਇੱਕ ਉਹਨਾਂ ਦੀ ਹੋਰ ਮਾਨਤਾ ਇਸ ਨਾਲ ਜੁੜੀ ਹੈ ਕਿ ਇਸ ਦਿਨ ਰਾਮਚੰਦਰ ਜੀ ਜਿਹੜੇ ਨੇ ਉਹ 14 ਸਾਲ ਦਾ ਬਨਵਾਸ ਕੱਟ ਕੇ ਵਾਪਸ ਅਯੋਧਿਆ ਪਹੁੰਚੇ ਸੀ ਤੇ ਉਹਨਾਂ ਲੋਕਾਂ ਨੇ ਖੁਸ਼ੀ ਮਨਾਈ, ਦੀਪਮਾਲਾ ਕੀਤੀ ਸੀ। ਇਸ ਕਰਕੇ ਉਹ ਦੀਪਮਾਲਾ ਕਰਦੇ ਨੇ, ਪਟਾਕੇ ਚਲਾਉਂਦੇ, ਖੁਸ਼ੀਆਂ ਮਨਾਉਣ ਦੇ ਜੋ ਵੀ ਉਪਰਾਲੇ ਸਾਧਨ ਉਹ ਕਰਦੇ ਨੇ। ਨਾਲ ਨਾਲ ਉਹ ਲక్ష్ਮੀ ਦੀ ਪੂਜਾ ਕਰਦੇ ਨੇ। ਇਹ ਗੱਲ ਵੱਖਰੀ ਹੈ ਕਿ ਉਹਨਾਂ ਨੂੰ ਦੇਖਾ ਦੇਖੀ ਕਈ ਸਿੱਖ ਵੀ ਵਪਾਰੀ ਤਬਕਾ ਖਾਸ ਕਰਕੇ ਮੈਂ ਵੇਖੇ ਨੇ ਆਪਣੀਆਂ ਅੱਖਾਂ ਨਾਲ, ਸਿੱਖ ਵੀ ਲక్ష్ਮੀ ਦੀ ਪੂਜਾ ਕਰਦੇ ਨੇ। ਘਰਾਂ ਵਿੱਚ ਸਿੱਕਿਆਂ ਦੇ ਉੱਤੇ, ਡਾਲਰਾਂ ਰੁਪਈਆਂ ਦੇ ਉੱਤੇ ਉਹ ਪੀਲੇ ਪੀਲੇ ਟਿੱਕੇ ਲਾ ਕੇ ਤੇ ਮੱਥਾ ਟੇਕਦੇ ਨੇ ਮਾਇਆ ਨੂੰ। ਜਿਹੜੇ ਮਾਇਆ ਦੇ ਪੁਜਾਰੀ ਨੇ ਉਹ ਫਿਰ ਉਹਨੂੰ ਅਸੀਂ ਸਿੱਖ ਕਿਵੇਂ ਕਹਿ ਸਕਦੇ ਹਾਂ? ਉਹ ਬੇਸ਼ੱਕ ਉੱਤੇ ਪੱਗ ਬੰਨੀ ਹੋਵੇ ਸਿਰ ਉੱਤੇ, ਉਹ ਲక్ష్ਮੀ ਦੀ ਪੂਜਾ ਕਰੀ ਜਾ ਰਹੇ ਨੇ, ਕਰੀ ਜਾਣ, ਆਪਾਂ ਜੋ ਕੀ ਕਹਿ ਸਕਦੇ ਹਾਂ ਉਹਨਾਂ ਬਾਰੇ। ਪਰ ਇਸ ਤਿਉਹਾਰ ਦਾ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਿੱਖ ਧਰਮ ਨਾਲ ਕੋਈ ਸੰਬੰਧ ਨਹੀਂ। ਪਰ ਜਿਹੜੇ ਤਿਉਹਾਰ ਹੁੰਦੇ ਨੇ ਉਹ ਕਿਉਂਕਿ ਉਹ ਧਰਮ ਨਾਲ ਉਹਨਾਂ ਦਾ ਸੰਬੰਧ ਹੋਵੇ ਜਾਂ ਨਾ ਹੋਵੇ, ਉਹ ਕਲਚਰ ਦਾ ਹਿੱਸਾ ਹੁੰਦੇ ਨੇ। ਬਿਲਕੁਲ ਕਲਚਰ ਦਾ ਹਿੱਸਾ, ਉਹ ਸਮਾਜ ਦੇ ਵਿੱਚ ਰਹਿੰਦੇ ਆ, ਸਾਡੇ ਕਲਚਰ ਦਾ ਹਿੱਸਾ ਹੁੰਦੇ ਨੇ। ਇਸ ਕਰਕੇ ਸਿੱਖ ਲੋਕ ਵੀ ਦੀਵਾਲੀ ਵਾਲੇ ਦਿਨ ਖੁਸ਼ੀਆਂ ਮਨਾਉਂਦੇ ਨੇ। ਘਰਾਂ 'ਚ ਰੰਗ ਰੋਗਨ ਕਰਨਾ, ਸਫਾਈ ਕਰਨੀ, ਇੱਕ ਦੂਜੇ ਨੂੰ ਡਰਾਈ ਫਰੂਟਸ ਜਾਂ ਗਿਫਟ ਦੇਣੇ, ਟੋਕਨ ਆਫ ਲਵ ਦੇ ਤੌਰ ਤੇ ਦੋਸਤਾਂ ਮਿੱਤਰਾਂ ਨੂੰ ਨਾ ਕੁਝ ਵੰਡਣਾ, ਇੱਕ ਦੂਜੇ ਨੂੰ ਪਿਆਰ, ਇਹਨੂੰ ਇੱਕ ਦੂਜੇ ਨੂੰ ਕਲਾਵੇ 'ਚ ਲੈਣਾ, ਮਿਲਣਾ, ਇਕੱਠੇ ਬਹਿ ਕੇ ਪ੍ਰਸ਼ਾਦਾ ਛਕ ਲਿਆ। ਭਾਈਚਾਰਕ ਸਾਂਝ ਹੈ ਵੀ ਬਹੁਤ ਜ਼ਰੂਰੀ ਹੈ ਜੀ। ਹਾਂ, ਮੂੰਹ ਮਿੱਠਾ ਕਰਾਤਾ ਇੱਕ ਦੂਜੇ ਦਾ, ਏਦਾਂ ਖੁਸ਼ੀ ਮਨਾ ਲਈ। ਉਸ ਨੂੰ ਮੈਂ ਗਲਤ ਨਹੀਂ ਸਮਝਦਾ ਕਿਉਂਕਿ ਜੇ ਅਸੀਂ ਇਹਨੂੰ ਧਾਰਮਿਕ ਕੱਟੜਤਾ ਦੀ ਰੰਗਤ ਵਿੱਚ ਦੇਖਾਂਗੇ ਫਿਰ ਤਾਂ ਇਹਦਾ ਸਿੱਖ ਧਰਮ ਨਾਲ ਕੋਈ ਸੰਬੰਧ ਨਹੀਂ। ਜੇ ਸਮਾਜਿਕ ਨਜ਼ਰੀਏ ਨਾਲ ਇਹਨੂੰ ਦੇਖੀਏ ਤਾਂ ਸਾਰੇ ਤਿਉਹਾਰ ਸਾਂਝੇ ਹੀ ਹੁੰਦੇ ਨੇ। ਬਿਲਕੁਲ, ਅਸੀਂ ਵਿਸਾਖੀ ਮਨਾਉਂਦੇ ਹਾਂ, ਉਹ ਵੀ ਸਾਡੇ ਨਾਲ ਵਿਸਾਖੀ ਮਨਾਉਂਦੇ ਨੇ। ਜੇ ਉਹ ਦੀਵਾਲੀ ਮਨਾਉਂਦੇ ਨੇ, ਅਸੀਂ ਉਹਨਾਂ ਦੀਵਾਲੀ ਮਨਾ ਲੈਂਦੇ ਹਾਂ। ਇਹ ਤਾਂ ਸਾਡਾ ਇੱਕ ਆਪਸ 'ਚ ਮੈਤਰੀ ਭਾਵ ਜਿਹੜਾ ਹੈ, ਸਮਾਜਿਕ ਭਾਈਚਾਰਕ ਸਾਂਝ ਦਾ ਹੀ ਇੱਕ ਉਹ ਹੈਗਾ, ਸੰਕੇਤ ਆ, ਹੋਰ ਕੁਝ ਵੀ ਨਹੀਂ। ਜੇ ਇਹਨੂੰ ਧਾਰਮਿਕ ਰੰਗੜ ਦੇ ਕੇ ਦੇਖੀਏ ਤਾਂ ਇਹਦਾ ਸਿੱਖ ਧਰਮ ਨਾਲ ਕੋਈ ਬਹੁਤਾ ਗਹਿਰਾ ਕੋਈ ਸੰਬੰਧ ਨਹੀਂ ਹੈ ਦੀਵਾਲੀ ਦਾ। ਯਾਨੀ ਕਿ ਸਿੱਖ ਧਰਮ ਨਾਲ ਵੀ ਔਰ ਬਾਕੀ ਕਿਸੇ ਹੋਰ ਧਰਮ ਨਾਲ ਵੀ ਕੋਈ ਸੰਬੰਧ ਨਹੀਂ ਰੱਖਦਾ, ਕਿਸੇ ਧਰਮ ਨਾਲ ਨਹੀਂ ਹੈ ਸਿਵਾਏ ਸਨਾਤਨ ਤੋਂ ਇਲਾਵਾ। ਨਾ ਇਸਲਾਮ ਵਾਲੇ ਦੀਵਾਲੀ ਮਨਾਉਂਦੇ ਨੇ, ਨਾ ਕ੍ਰਿਸਚਨ ਮਨਾਉਂਦੇ ਨੇ, ਕੋਈ ਨਾ ਯਹੂਦੀ ਮਨਾਉਂਦੇ, ਕੋਈ ਹੋਰ ਧਰਮ ਨਹੀਂ ਮਨਾਉਂਦਾ। ਇਹ ਸਿਰਫ ਹਿੰਦੁਸਤਾਨ ਵਿੱਚ ਸਨਾਤਨ ਮਤ ਦੇ ਲੋਕਾਂ ਵੱਲੋਂ ਮਨਾਇਆ ਜਾਣ ਵਾਲਾ ਤਿਉਹਾਰ ਹੈ। ਇੱਕ ਸਵਾਲ ਮੇਰੇ ਮਨ 'ਚ ਪੈਦਾ ਹੋਇਆ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਕ੍ਰਿਸਚਨ ਵੀ ਨਹੀਂ ਮਨਾਉਂਦੇ, ਪਰ ਜਿਹੜੀ ਕ੍ਰਿਸਮਸ ਦਾ ਦਿਨ ਹੈ 25 ਦਸੰਬਰ ਦਾ, ਦੇਖੋ ਕ੍ਰਿਸਚਨਾਂ ਦਾ ਤਿਉਹਾਰ ਹੈ ਉਹ, ਪਰ ਆਲ ਵਰਲਡ ਦੇ ਵਿੱਚ ਕਿਸੇ ਵੀ ਧਰਮ ਦਾ ਬੰਦਾ ਹੈ ਬੜੇ ਉਤਸ਼ਾਹ ਨਾਲ। ਇੱਥੋਂ ਕਿ ਸਾਡੇ ਧਰਮ ਦੀ ਅਗਰ ਗੱਲ ਕਰੀਏ ਤਾਂ ਸ਼ਹੀਦੀ ਦਿਨਾਂ ਦੇ ਵਿੱਚ ਵੀ ਸਾਡੇ ਸਿੱਖ ਬੱਚੇ, ਸਿੱਖ ਲੋਕ ਸਾਡੇ ਆਪਣੇ ਬੱਚਿਆਂ ਨੂੰ ਸੈਂਟਾ ਕਲੌਜ਼ ਬਣਾ ਕੇ ਸਕੂਲਾਂ ਦੇ ਵਿੱਚ ਭੇਜਦੇ ਨੇ। ਪਰ ਇਹਦੇ 'ਚ ਤੁਹਾਡੀ ਗੱਲ ਮੈਂ ਸਮਝ ਗਿਆ, ਉਹ ਏਦਾਂ ਹੈ ਕਿ ਇਹ ਕਹਿਣਾ ਠੀਕ ਨਹੀਂ ਹੈ ਕਿ ਸਾਰਾ ਸੰਸਾਰ
ਉਹਨੂੰ ਮਨਾਉਂਦਾ ਹੈ? ਨਹੀਂ, ਉਸ ਇਸਲਾਮ ਵਾਲੇ ਬਿਲਕੁਲ ਨਹੀਂ ਮਨਾਉਂਦੇ। ਇਸਲਾਮ ਦਾ ਤੇ ਕ੍ਰਿਸਚੈਨਿਟੀ ਦਾ ਤੇ ਦੂਰ ਦੂਰ ਦਾ ਉਹ ਵੀ ਨਹੀਂ ਨਾਤਾ। ਤੁਸੀਂ ਦੇਖ ਰਹੇ ਹੋ ਅੱਜ ਯੁੱਧ ਚੱਲ ਰਹੇ ਨੇ, ਉਹ ਬੇਸਿਕ ਜਿਹੜੇ ਉਹਨਾਂ ਦਾ ਫੰਡਾਮੈਂਟਲ ਜਿਹੜੇ ਉਹਨਾਂ ਦਾ ਫਾਈਟ ਹੋ ਰਹੀ ਹੈ, ਉਹ ਕ੍ਰਿਸਚੈਨਿਟੀ ਔਰ ਇਸਲਾਮ ਦੀ ਲੜਾਈ ਹੋ ਰਹੀ ਹੈ। ਜਿਹੜਾ ਅਜ਼ਰਬਾਈਜਾਨ ਵਿੱਚ ਯੁੱਧ ਹੋ ਰਿਹਾ ਹੈ, ਉਹਦੇ ਵਿੱਚ ਇਹੀ ਚੀਜ਼ ਦੇਖੀ, ਉਹਨੂੰ ਇਸੇ ਦਾ ਗਿਲਾਫ ਉਹਦੇ ਤੇ ਚੜਾ ਦਿੱਤਾ ਗਿਆ ਕਿ ਇਸਲਾਮ ਔਰ ਕ੍ਰਿਸਚੈਨਿਟੀ ਦੀ ਟੱਕਰ ਹੈ। ਇਸਲਾਮਿਕ ਲੋਕ ਉਸਨੂੰ ਨਹੀਂ ਮਨਾਉਂਦੇ। ਫਿਰ ਤੁਸੀਂ ਗੱਲ ਕੀਤੀ ਕਿ ਸਿੱਖਾਂ ਦੇ ਬੱਚੇ ਸੈਂਟਾ ਕਲੌਜ਼ ਦੇ ਕੱਪੜੇ ਪਾਉਂਦੇ ਨੇ। ਉਹ ਕੀ ਹੁੰਦਾ, ਕ੍ਰਿਸਚੈਨਿਟੀ ਇੱਕ ਤਿਉਹਾਰ ਹੋਣ ਕਰਕੇ ਸਕੂਲਾਂ ਵਾਲੇ, ਕਿਉਂਕਿ ਸਾਡੇ ਪੰਜਾਬ ਵਿੱਚ ਬਹੁਤ ਜ਼ਿਆਦਾ ਸਕੂਲ ਜਿਹੜੇ ਨੇ ਨਾ, ਹੁਣ ਉਹਨਾਂ ਦਾ ਜ਼ੋਰ ਅੰਗਰੇਜ਼ੀ ਬੋਲਣ ਤੇ ਹੈ, ਸਪੋਕਨ ਇੰਗਲਿਸ਼ ਦੇ ਉੱਤੇ ਬਹੁਤ ਜ਼ੋਰ ਦਿੰਦੇ ਨੇ, ਤੇ ਉਹ ਕ੍ਰਿਸਚੈਨਿਟੀ ਤੋਂ ਬਹੁਤ ਪ੍ਰਭਾਵਿਤ ਨੇ, ਕਿਉਂਕਿ ਇਹ ਪੱਛਮ ਦੀ ਸੱਭਿਅਤਾ ਤੇ ਪੱਛਮ ਦੀ ਲੈਂਗੁਏਜ ਹੈ। ਇੰਗਲਿਸ਼ ਜਿਹੜੀ ਹੈ, ਭਾਸ਼ਾ ਜਿਹੜੀ ਹੈ, ਉਹ ਪੱਛਮੀ ਭਾਸ਼ਾ ਹੈ, ਸਾਡੀ ਤੇ ਨਹੀਂ। ਸਾਡੀ ਮਾਤਰੀ ਭਾਸ਼ਾ ਜਿਹੜੀ ਹੈ, ਜੇ ਦੇਸ਼ ਦੀ ਹੈ ਤਾਂ ਹਿੰਦੀ ਹੈ, ਜੇ ਸਾਡੇ ਪੰਜਾਬ ਦੀ ਹੈ ਤਾਂ ਪੰਜਾਬੀ ਹੈ। ਪਰ ਕਿਉਂਕਿ ਅੱਜ ਉਹ ਯੂਨੀਵਰਸਲ ਲੈਂਗੁਏਜ ਬਣ ਗਈ ਹੈ, ਸਾਰੇ ਮੁਲਕਾਂ 'ਚ ਬੱਚਿਆਂ ਨੇ ਵਿਦੇਸ਼ਾਂ ਜਾ ਕੇ ਵਿਚਰਨਾ, ਕੰਮ ਕਰਨਾ ਹੈ। ਹਿੰਦੁਸਤਾਨ ਵਿੱਚ ਵੀ ਬਹੁਤ ਥਾਵਾਂ ਤੇ ਇੰਗਲਿਸ਼ ਦਾ ਬਹੁਤ ਪ੍ਰਭਾਵ ਹੈ, ਹਰੇਕ ਕੰਮ ਵਿੱਚ ਇੰਗਲਿਸ਼ ਇਸਤੇਮਾਲ ਹੁੰਦੀ ਹੈ। ਇਸ ਕਰਕੇ ਸਾਡਾ ਜ਼ੋਰ ਹੈ ਅੰਗਰੇਜ਼ੀ ਸਕੂਲਾਂ 'ਚ ਔਰ ਕਨਵੈਂਟ ਸਕੂਲਾਂ 'ਚ ਬੱਚਿਆਂ ਨੂੰ ਪੜ੍ਹਾਉਣ ਦਾ। ਕਨਵੈਂਟ ਸਕੂਲਾਂ ਵਿੱਚ ਇਹ ਫੰਕਸ਼ਨ ਪਹਿਲਾਂ ਕੀਤੇ ਜਾਂਦੇ ਸਨ, ਈਸਾਈ ਸਕੂਲਾਂ ਵਿੱਚ, ਤਾਂ ਉਹਦੇ 'ਚ ਬੱਚਿਆਂ ਨੂੰ ਇਹ ਯੂਨੀਫਾਰਮ ਜਿਹੜੀ ਹੈ ਫੈਂਸੀ ਡਰੈਸ ਪ੍ਰੋਗਰਾਮਾਂ 'ਚ ਪਾਈ ਜਾਂਦੀ ਸੀ। ਉਹਨਾਂ ਨੂੰ ਦੇਖੀ ਸਾਡੇ ਜਿਹੜੇ ਸਕੂਲ ਨੇ ਖਾਲਸਿਆਂ ਵੱਲੋਂ ਜਾਂ ਹੋਰ ਧਰਮਾਂ ਵੱਲੋਂ ਚਲਾਏ ਜਾਂਦੇ ਨੇ, ਉਹ ਵੀ ਉਸ ਤਿਉਹਾਰ ਨੂੰ ਮਨਾਉਣ ਲੱਗ ਗਏ। ਮਨਾਉਣ ਵਿੱਚ ਫਿਰ ਉਹ ਵੀ ਚੀਜ਼ ਵਿੱਚ ਐਡ ਆਨ ਹੋ ਗਈ ਕਿ ਅਸੀਂ ਆਹ ਕੱਪੜੇ ਪਾਉਣੇ ਨੇ, ਸੈਂਟਾ ਕਲੌਜ਼ ਬਣਾਉਣਾ ਬੱਚਿਆਂ ਨੂੰ। ਚਲੋ ਉਹ ਸ਼ੁਗਰ ਮੇਲੇ ਦੇ ਤੌਰ ਤੇ ਕਰਦੇ ਨੇ, ਉਹਦਾ ਬੱਚਿਆਂ ਦੇ ਉੱਤੇ ਕੋਈ ਬਹੁਤਾ ਮੈਂ ਨਹੀਂ ਸਮਝਦਾ ਕਿ ਉਹ ਈਸਾਈ ਮਤ ਦਾ ਬੜਾ ਕੋਈ ਉਹਦੇ ਨਾਲ ਪ੍ਰਚਾਰ ਹੋ ਜਾਂਦਾ। ਯੂਨੀਫਾਰਮ ਪਾਉਣ ਨਾਲ, ਇੱਕ ਦਿਨ ਸਾਲ 'ਚ ਪਾਉਣ ਨਾਲ ਕੋਈ ਵੱਡੀ ਇੰਨੀ ਬੁਰਾਈ ਨਹੀਂ ਆਪਾਂ ਨੂੰ ਕਹਿ ਸਕਦੇ। ਜਨਰਲੀ ਠੀਕ ਹੈ ਕਿ ਉਹਦੇ 'ਚ ਉਹ ਕ੍ਰਿਸਚੈਨਿਟੀ ਨਾਲ ਇਨਵੋਲਵਡ ਜ਼ਰੂਰ ਹੈ। ਤੁਹਾਡੀ ਗੱਲ ਠੀਕ ਹੈ ਕਿ ਬਹੁਤ ਸਾਰੇ ਧਰਮ, ਮੈਂ ਫਿਰ ਆਪਣੀ ਗੱਲ ਤੇ ਆਵਾਂ ਨਾ ਕਿ ਸਾਰੇ ਧਰਮ ਜਿਹੜੇ ਵੀ ਤਿਉਹਾਰ ਹੁੰਦੇ ਨੇ ਨਾ, ਤਿਉਹਾਰ ਜਿਹੜੇ ਨੇ ਇਹ ਕਲਚਰ ਨਾਲ ਸੰਬੰਧਿਤ ਹੋਣ ਕਰਕੇ ਇਹ ਸਾਰਿਆਂ ਦੇ, ਜਿਵੇਂ ਲੋਹੜੀ ਹੁੰਦੀ ਹੈ, ਲੋਹੜੀ ਦਾ ਸਿੱਖੀ ਨਾਲ ਕੋਈ ਦੂਰ ਦਾ ਸੰਬੰਧ ਨਹੀਂ ਹੈ, ਲੇਕਿਨ ਸਾਰੇ ਸਿੱਖਾਂ ਦੇ ਘਰ ਜਦੋਂ ਵਿਆਹ ਹੁੰਦਾ ਹੈ ਤਾਂ ਵਿਆਹ ਤੋਂ ਬਾਅਦ ਪਹਿਲੀ ਲੋਹੜੀ, ਜੇ ਘਰ 'ਚ ਮੁੰਡਾ ਹੋਵੇ ਤਾਂ ਪਹਿਲੀ ਲੋਹੜੀ। ਪਰ ਕੁੜੀ ਦੀ ਪਹਿਲੀ ਲੋਹੜੀ ਕਿਉਂ ਨਹੀਂ ਭਾਈ? ਉਹ ਵੀ ਕਿ ਨਵਾਂ ਜੀਵ ਤੁਹਾਡੇ ਘਰ ਆਇਆ, ਮੁੰਡੇ ਦੀ ਪਹਿਲੀ ਲੋਹੜੀ ਕਿਉਂ? ਠੀਕ ਹੈ, ਲੇਕਿਨ ਮਨਾਉਂਦੇ ਨੇ, ਭੰਗੜੇ ਪਾਉਂਦੇ ਨੇ, ਸ਼ਰਾਬਾਂ ਤੱਕ ਪੀਂਦੇ ਨੇ, ਹੋਰ ਵੀ ਬੜਾ ਕੁਝ ਜਿਹੜੇ ਤੁਸੀਂ ਵਰਡ ਯੂਜ਼ ਕੀਤਾ, ਕੁਰੀਤੀਆਂ ਜੁੜ ਜਾਂਦੀਆਂ ਨੇ, ਉਹ ਸਾਰੇ ਤਿਉਹਾਰਾਂ ਨਾਲ ਜੁੜ ਜਾਂਦੀਆਂ ਨੇ। ਤਾਂ ਇਹ ਸਮਾਜਿਕ ਹੋਣ ਕਰਕੇ, ਇਹ ਸਮਾਜ ਵਿੱਚ ਅਸੀਂ ਰਹਿੰਦੇ ਹਾਂ ਨਾ, ਤਾਂ ਫਿਰ ਉਹ ਸਾਰੇ ਜਿਹੜੇ ਤਿਉਹਾਰ ਹੁੰਦੇ ਨੇ ਉਹ ਕਿਸੇ ਨਾ ਕਿਸੇ ਸਿੱਧੇ ਜਾਂ ਅਸਿੱਧੇ ਰੂਪ 'ਚ ਹਰ ਧਰਮ ਦਾ ਵਿਅਕਤੀ ਉਹਨਾਂ ਨੂੰ ਮਨਾ ਹੀ ਲੈਂਦਾ ਹੈ। ਬਿਲਕੁਲ। ਸੋ ਗੁਰੂ ਪਿਆਰੇ, ਬਹੁਤ ਹੀ ਸੋਹਣੇ ਢੰਗ ਨਾਲ ਭਾਈ ਸਾਹਿਬ ਨੇ ਜਵਾਬ ਦਿੱਤਾ ਕਿ ਇੱਕ ਤਿਉਹਾਰ ਹੋਣ ਦੇ ਕਾਰਨ ਇੱਕ ਸਮਾਜ ਦਾ ਹਿੱਸਾ ਬਣ ਜਾਂਦੇ ਨੇ, ਤੇ ਸਮਾਜ ਦੇ ਵਿੱਚ ਸਾਰੇ ਧਰਮ ਦੇ ਲੋਕਾਂ ਨੇ ਰਹਿਣਾ, ਹਿੰਦੂ, ਮੁਸਲਿਮ, ਸਿੱਖ, ਈਸਾਈ, ਤੇ ਭਾਈਚਾਰਕ ਸਾਂਝ ਹੈ ਜਿਹੜੀ, ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਮੈਂ ਇੱਥੇ ਇੱਕ ਬੇਨਤੀ ਜ਼ਰੂਰ ਕਰਨੀ ਚਾਹਾਂਗਾ ਕਿ ਆਪਣਾ ਜਿਹੜਾ ਗੁਰਮਤ ਦਾ ਸਿਧਾਂਤ ਹੈ, ਜਿਸ ਤਰ੍ਹਾਂ ਕਿ ਭਾਈ ਸਾਹਿਬ ਨੇ ਦੇਖਿਆ ਕਿ ਵੱਡੇ ਵੱਡੇ ਸਿੱਖ ਵਪਾਰੀ ਵੀ ਦੇਖੇ ਜਾਂਦੇ ਨੇ ਆਪਣੇ ਸਿੱਕਿਆਂ ਨੂੰ, ਨੋਟਿਆਂ ਨੂੰ ਪੀਲੇ ਟਿੱਕੇ ਲਗਾਉਂਦੇ ਹੋਏ, ਔਰ 95% ਤੁਸੀਂ ਸਿੱਖਾਂ ਦੇ ਘਰ ਜਾ ਕੇ ਦੇਖ ਲਓ ਤਾਂ ਲక్ష్ਮੀ ਦੀ ਹੀ ਪੂਜਾ ਹੋ ਰਹੀ ਹੁੰਦੀ ਹੈ। ਇੱਥੇ ਥੋੜਾ ਜਿਹਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਕਿਸੇ ਨਾਲ ਖੁਸ਼ੀ ਸ਼ੇਅਰ ਕਰਨੀ ਕੋਈ ਮਾੜੀ ਗੱਲ ਨਹੀਂ, ਪਰ ਆਪਣਾ ਜਿਹੜਾ ਗੁਰਮਤ ਦਾ ਸਿਧਾਂਤ ਹੈ, ਜੋ ਗੁਰਬਾਣੀ ਦਾ ਕਨਸੈਪਟ ਹੈ, ਉਹਦੇ ਤੋਂ ਸਾਨੂੰ ਭਟਕਣਾ ਨਹੀਂ ਚਾਹੀਦਾ। ਸੋ ਭਾਈ ਸਾਹਿਬ ਜੀ, ਇਹ ਤਾਂ ਗੱਲ ਰਹਿ ਗਈ ਦੀਵਾਲੀ ਦੇ ਸਮਾਜਿਕ ਪੱਖ ਦੀ। ਹੁਣ ਆਪਾਂ ਅਧਿਆਤਮਿਕ ਪੱਖ ਵੱਲ ਜਾਂਦੇ ਹਾਂ। ਦੀਵਾਲੀ ਨੂੰ ਰੋਸ਼ਨੀ ਦਾ ਤਿਉਹਾਰ ਮੰਨਿਆ ਜਾਂਦਾ ਹੈ। ਲੋਕ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਕਰਦੇ ਨੇ। ਅੱਜ ਕੱਲ ਇਲੈਕਟ੍ਰੋਨਿਕਸ ਦੀਪ ਆ ਚੁੱਕੇ ਨੇ, ਲੜੀਆਂ ਲਗਾਤੀਆਂ, ਹੋਰ ਕਈ ਤਰ੍ਹਾਂ ਦੀਆਂ ਲਾਈਟਾਂ ਰੋਸ਼ਨਾ ਦਿੰਦੇ ਨੇ ਆਪਣੇ ਘਰ ਨੂੰ। ਤੇ ਬਾਹਰੀ ਰੋਸ਼ਨੀ ਤੇ ਇੱਕ ਅੰਦਰ ਦੀ ਰੋਸ਼ਨੀ, ਜਿਹੜਾ ਪ੍ਰਕਾਸ਼ ਗੁਰਬਾਣੀ ਦੇ ਵਿੱਚ ਵੀ ਬਹੁਤ ਦਾ ਜ਼ਿਕਰ ਹੈ। ਤੇ ਇਹਦਾ ਕੀ ਅਧਿਆਤਮਿਕ ਪੱਖ ਆਪਾਂ ਕੀ ਲੈ ਸਕਦੇ ਹਾਂ ਜੀ? ਦੇਖੋ, ਸੰਸਾਰ ਵਿੱਚ ਦੋ ਚੀਜ਼ਾਂ ਨੇ, ਹਰ ਚੀਜ਼ ਦੇ ਦੋ ਪੱਖ ਨੇ, ਗਿਆਨ, ਅਗਿਆਨ, ਦਿਨ, ਰਾਤ, ਕਾਲਾ, ਚਿੱਟਾ, ਦੁੱਖ, ਸੁੱਖ, ਖੁਸ਼ੀ, ਗਮ, ਗਰੀਬ, ਅਮੀਰ, ਵੱਡਾ, ਛੋਟਾ, ਹਰ ਚੀਜ਼ ਦੇ ਦੋ ਪੱਖ ਨੇ। ਇਸੇ ਤਰ੍ਹਾਂ ਇੱਕ ਇਹ ਪੱਖ ਹੈ, ਇੱਕ ਚਾਨਣ ਪੱਖ ਹੈ, ਇੱਕ ਅੰਧੇਰਾ ਪੱਖ ਹੈ। ਜਿਹੜਾ ਅੰਧੇਰਾ ਪੱਖ ਹੈ ਉਸ ਨੂੰ ਅਗਿਆਨਤਾ ਨਾਲ ਜੋੜਿਆ ਜਾਂਦਾ ਹੈ। ਗੁਰਬਾਣੀ ਵਿੱਚ ਵੀ ਅਗਿਆਨ ਅੰਧੇਰ ਕਿਹਾ ਮਹਾਰਾਜ ਨੇ, ਅਗਿਆਨ ਅੰਧੇਰ ਵਿਨਾਸ਼ ਪੰਕਤੀ ਹੈ ਗੁਰਬਾਣੀ ਦੀ। ਤਾਂ ਗੁਰਬਾਣੀ ਵਿੱਚ ਜੋ ਇਹਦਾ ਸਿਧਾਂਤ ਆਇਆ, ਰੋਸ਼ਨੀ ਦਾ ਸਿਧਾਂਤ, ਤੁਸੀਂ ਕਹਿਣਾ ਰੋਸ਼ਨੀ ਦਾ ਤਿਉਹਾਰ ਹੈ, ਤਾਂ ਗੁਰੂ ਪਾਤਸ਼ਾਹ ਸਾਡੇ ਜੀਵਨ ਨੂੰ ਰੋਸ਼ਨਾਉਣਾ ਚਾਹੁੰਦੇ ਨੇ। ਉਹ ਬਾਹਰਲੀ ਰੋਸ਼ਨੀ 'ਚ ਵਿਸ਼ਵਾਸ ਨਹੀਂ ਰੱਖਦੇ ਗੁਰੂ ਨਾਨਕ ਸਾਹਿਬ ਕਿ ਬਾਹਰ ਬਹੁਤੀਆਂ ਲਾਈਟਾਂ ਜਗਾ ਲਈਆਂ ਜਾਣ, ਬਹੁਤੇ ਦੀਵੇ ਜਲਾ ਲਏ ਜਾਣ। ਉਹ ਕਹਿੰਦੇ ਨਹੀਂ ਭਾਈ, ਤੁਸੀਂ ਆਪਣਾ ਅਗਿਆਨਤਾ ਦਾ ਜਿਹੜਾ ਤੁਹਾਡਾ ਅੰਧੇਰਾ ਹੈ, ਉਸ ਨੂੰ ਗਿਆਨ ਦਾ ਦੀਵਾ ਜਲਾ ਕੇ ਦੂਰ ਕਰੋ।
ਫਿਰ ਤੁਹਾਡੀ ਦੀਵਾਲੀ ਹੈ, ਫਿਰ ਤੁਹਾਡੀ ਨਿਤ ਦੀਵਾਲੀ ਹੈ। ਸਾਲ 'ਚ ਇੱਕ ਦਿਨ ਦੀਵਾਲੀ ਨਹੀਂ ਹੈ, ਫਿਰ ਤੁਹਾਡੀ ਰੋਜ਼ ਦੀਵਾਲੀ ਹੈ। ਬਿਲਕੁਲ। ਉਹ ਕਹਿੰਦੇ ਨੇ ਕਿ ਸਤਿਗੁਰ ਸ਼ਬਦ ਉਜਾਰੋ ਦੀਪਾ, ਸ਼ਬਦ ਦਾ ਦੀਵਾ ਅੰਦਰ ਜਗਾਓ। ਨਾਮ ਤੇਰੋ ਦੀਵਾ, ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਲੈ ਮਾਹੇ ਪਸਾਰੇ। ਮਹਾਰਾਜ ਨੇ ਇਹ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਸਿੱਖਾਂ ਦੀ ਝੋਲੀ 'ਚ ਪਾਇਆ ਕਿ ਗੁਰੂ ਪਿਆਰਿਓ, ਉਹ ਤੇ ਇੱਕ ਦਿਨ ਦੀਵੇ ਜਗਾਉਂਦੇ ਨੇ, ਤੁਸੀਂ ਨਿਤਾ ਪ੍ਰਤੀ ਆਪਣਾ ਦੀਵਾ ਹਮੇਸ਼ਾ ਲਈ ਜਗਾ ਲਓ। ਫਿਰ ਜੇ ਦੀਵਾ ਸ਼ਬਦ ਦਾ ਦੀਵਾ ਇੱਕ ਵਾਰ ਜਗ ਗਿਆ ਤਾਂ ਤੁਹਾਡੀ ਜ਼ਿੰਦਗੀ ਰੁਸ਼ਨਾ ਜਾਏਗੀ, ਔਰ ਜਿਹੜਾ ਤੁਹਾਡੇ ਦਾਇਰੇ 'ਚ ਆ ਗਿਆ, ਜਿਹੜਾ ਤੁਹਾਡੇ ਸੰਪਰਕ 'ਚ ਆ ਗਿਆ, ਜਿਹੜਾ ਤੁਹਾਡੇ ਨਿਕਟਵਰਤੀ ਹੋ ਗਿਆ, ਉਹਦਾ ਵੀ ਦੀਵਾ ਤੁਸੀਂ ਜਗਾ ਸਕੋਗੇ। ਇੱਕ ਦੀਵਾ ਕਈ ਦੀਵਿਆਂ ਨੂੰ ਜਗਾ ਸਕਦਾ, ਬਸ਼ਰਤੇ ਉਹਦਾ ਆਪਣਾ ਦੀਵਾ, ਉਹ ਦੀਵਾ ਜਗਦਾ ਹੋਵੇ। ਬੁਝਿਆ ਹੋਇਆ ਦੀਵਾ ਦੂਜੇ ਦੀਵੇ ਨੂੰ ਨਹੀਂ ਜਗਾ ਸਕਦਾ। ਤਾਂ ਗੁਰੂ ਸਾਹਿਬ ਨੇ ਸਾਨੂੰ ਇਹ ਸਿਧਾਂਤ ਦਿੱਤਾ ਵੀ ਜੇ ਦੀਵੇ ਬਾਲਣੇ ਨੇ ਨਾ, ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਉਹ ਤਾਂ ਇੱਕ ਐਗਜ਼ਾਮਪਲ ਦਿੱਤੀ ਹੈ ਵੀ ਜਿਸ ਤਰ੍ਹਾਂ ਦੀਵਾਲੀ ਵਾਲੀ ਰਾਤ ਨੂੰ ਦੀਵੇ ਜਲਾਏ ਜਾਂਦੇ, ਤੁਸੀਂ ਇਸ ਤਰ੍ਹਾਂ ਨਾਮ ਦਾ ਦੀਵਾ ਜਗਾਓ ਆਪਣੇ ਅੰਦਰ। ਜਿੱਦਾਂ ਉਹ ਦੀਵੇ ਜਗਾਏ ਜਾਂਦੇ ਨੇ, ਉਹਦੇ ਨਾਲ ਘਰ ਰੁਸ਼ਨਾਇਆ ਜਾਂਦਾ ਹੈ, ਮੰਦਿਰ ਭਵਨ ਰੁਸ਼ਨਾਇਆ ਜਾਂਦਾ ਹੈ। ਤੁਸੀਂ ਆਪਣੇ ਜੀਵਨ ਨੂੰ ਰੁਸ਼ਨਾਓ, ਆਪਣੇ ਵਿਚਾਰਾਂ ਨੂੰ ਰੁਸ਼ਨਾਓ, ਆਪਣੀ ਸੋਚ ਨੂੰ ਰੁਸ਼ਨਾਓ, ਆਪਣੇ ਆਲੇ ਦੁਆਲੇ ਨੂੰ, ਆਪਣੇ ਸਮਾਜ ਨੂੰ, ਆਪਣੀ ਬਿਰਾਦਰੀ ਨੂੰ, ਆਪਣੇ ਸ਼ਹਿਰ ਨੂੰ, ਆਪਣੇ ਮੁਲਕ ਨੂੰ ਰੁਸ਼ਨਾ ਦਿਓ ਆਪਣੀ ਨਾਮ ਦੀ ਸੁਗੰਧੀ ਨਾਲ। ਇਹ ਬਹੁਤ ਗਹਿਰਾ ਸਿਧਾਂਤ ਹੈ। ਸਾਨੂੰ ਵੀ ਇਹ ਪਕੜ ਵਿੱਚ ਨਹੀਂ ਆਇਆ। ਇਹ ਦੁੱਖ ਦੀ ਗੱਲ ਹੈ, ਸਿੱਖਾਂ ਦੀ ਇਹ ਬਹੁਤਾ ਪਕੜ ਵਿੱਚ ਨਹੀਂ ਆਇਆ ਸਿਧਾਂਤ। ਅਸੀਂ ਵੀ ਗੁਰਦੁਆਰਿਆਂ ਦੇ ਬਾਹਰ ਵੀ ਲਾਈਟਾਂ ਜਗਾ ਦਿੰਦੇ ਹਾਂ, ਘਰਾਂ ਦੇ ਬਾਹਰ ਵੀ ਸਾਡੇ ਲੜੀਆਂ ਟੰਗੀਆਂ ਹੁੰਦੀਆਂ ਨੇ, ਅਸੀਂ ਸੋਚਦੇ ਹਾਂ ਵੀ ਇਹ ਦੀਵਾਲੀ ਮਨਾਉਣਾ। ਜਿਹੜੀ ਦੀਵਾਲੀ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਨੂੰ ਦੇ ਕੇ ਗਏ ਨੇ ਨਾ, ਉਸ ਦੀਵਾਲੀ ਨੂੰ ਸਿੱਖਾਂ ਨੇ ਨਹੀਂ ਪਕੜਿਆ, ਨਹੀਂ ਸਮਝਿਆ ਉਸ ਸਿਧਾਂਤ ਨੂੰ। ਸਤਿਗੁਰ ਸ਼ਬਦ ਉਜਾਰੋ ਦੀਪਾ, ਅੰਧਿਆਰ ਹੈ ਦੀਪਕ ਚਾਹੀਏ, ਹਨੇਰੇ ਨੂੰ ਦੀਪਕ ਦੀ ਲੋੜ ਹੈ, ਅਗਿਆਨਤਾ ਨੂੰ ਗਿਆਨ ਦੀ ਲੋੜ ਹੈ, ਨਾ ਸਮਝੀ ਨੂੰ ਸਮਝ ਦੀ ਲੋੜ ਹੈ। ਤਾਂ ਸਿੱਖ ਨੂੰ ਗੁਰਬਾਣੀ ਦੀ ਲੋੜ ਹੈ, ਸਿੱਖ ਨੂੰ ਗੁਰਬਾਣੀ ਦਾ ਗਿਆਨ, ਪਰਮੇਸ਼ਰ ਦਾ ਗਿਆਨ, ਅਧਿਆਤਮ ਦੀ ਲੋੜ ਹੈ, ਨਾਮ ਜਪਣ ਦੀ ਲੋੜ ਹੈ। ਨਾਮ ਜਪਣਾ ਹੀ ਸਾਡੀ ਦੀਵਾਲੀ ਦੀ ਸਾਰਥਕਤਾ ਹੈ। ਜੇ ਅਸੀਂ ਨਾਮ ਜਪਦੇ ਹਾਂ, ਰੋਜ਼ ਸਵੇਰੇ ਬੈਠ ਕੇ ਚੌਂਕੜਾ ਮਾਰਦੇ ਹਾਂ, ਸਾਡੀ ਰੋਜ਼ ਦੀਵਾਲੀ ਹੈ। ਸਾਡੀ ਰੋਜ਼ ਦੀਵਾਲੀ ਕਿਉਂਕਿ ਅਸੀਂ ਆਪਣਾ ਜੀਵਨ ਰੁਸ਼ਨਾ ਲੈਂਦੇ ਹਾਂ ਨਾਮ ਜਪ ਕੇ। ਇਹ ਸਾਡੀ ਦੀਵਾਲੀ ਹੈ ਅਸਲ ਵਿੱਚ। ਜੇ ਅਸੀਂ ਮੈਂ ਧਾਰਮਿਕ ਕੱਟੜਤਾ ਦੀ ਰੰਗਣ ਚ ਨਹੀਂ ਕਹਿ ਰਿਹਾ, ਇਹ ਇੱਕ ਅਧਿਆਤਮਕ ਪੱਖ ਤੋਂ ਮੈਂ ਤੁਹਾਡੇ ਨਾਲ ਇਹ ਵਿਚਾਰ ਸਾਂਝ ਪਾ ਰਿਹਾ। ਇਹਨੂੰ ਉਸ ਪਾਸੇ ਨਾ ਲਿਆ ਜਾਵੇ। ਠੀਕ ਹੈ, ਬੱਚੇ ਪਟਾਕੇ ਚਲਾਉਂਦੇ ਨੇ ਜਾਂ ਤੁਸੀਂ 4 ਲੜੀਆਂ ਘਰ ਟੰਗ ਲੀਆਂ ਕੋ ਆਪਣੇ ਮਨ ਦੀ ਖੁਸ਼ੀ ਵਾਸਤੇ, ਇਟ ਡਜ਼ਨਟ ਮੇਕ ਐਨੀ ਡਿਫਰੈਂਸ ਟੂ ਮੀ। ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ, ਨਾ ਸਾਨੂੰ ਨਾ ਸਮਾਜ ਨੂੰ। ਪਰ ਸਿਧਾਂਤ ਤਾਂ ਪਕੜੋ ਨਾ ਭਾਈ। ਜੇ ਤੁਸੀਂ ਸਿੱਖ ਕਹਾਉਂਦੇ ਹੋ ਗੁਰੂ ਨਾਨਕ ਸਾਹਿਬ ਦੇ, ਗੁਰੂ ਨਾਨਕ ਦੇ ਸਿਧਾਂਤ ਨੂੰ ਪਕੜਨਾ ਸਿੱਖ ਦਾ ਫਰਜ਼ ਹੈ। ਸਿੱਖ ਅਖਵਾਉਣਾ ਹੀ ਤਾਂ ਹੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੇ। ਸਵੇਰੇ ਉੱਠ ਕੇ ਪਹਿਲਾਂ ਆਪਣਾ ਦੀਵਾ ਬਾਲੋ। ਤੁਹਾਡੀ ਰੋਜ਼ ਅੰਮ੍ਰਿਤ ਵੇਲੇ ਦੀਵਾਲੀ ਹੈ, ਰੋਜ਼ ਦੀਵਾਲੀ ਹੈ। ਬਿਲਕੁਲ ਜੀ, ਗੁਰੂ ਸਾਹਿਬ ਨੇ ਬਾਣੀ ਚ ਕਿਹਾ ਦੀਵਾ ਮੇਰਾ ਇੱਕ ਨਾਮ ਦਾ ਦੀਵਾ ਜਿਹੜਾ ਮੇਰੇ ਕੋਲ, ਕਹਿੰਦੇ ਉਹ ਮੈਂ ਜਗਾਇਆ, ਤੇ ਅਸੀਂ ਵੀ ਉਹੀ ਕਰਨਾ। ਇੱਕ ਨਾਮ ਦਾ ਦੀਵਾ ਆਪਣੇ ਅੰਦਰ ਬਾਲਣਾ। ਬਾਕੀ ਠੀਕ ਹੈ, ਦੁਨੀਆਦਾਰੀ ਦੇ ਵਿੱਚ ਵਿਚਰਦੇ ਆ, ਇੱਕ ਦੂਜੇ ਨਾਲ ਖੁਸ਼ੀਆਂ ਨੂੰ ਸਾਂਝੀਆਂ ਕਰਨਾ, ਉਹ ਕੋਈ ਮਾੜੀ ਗੱਲ ਨਹੀਂ, ਪਰ ਸਿਧਾਂਤ ਨੂੰ ਚੇਤੇ ਰੱਖਣਾ ਇਹ ਬਹੁਤ ਜ਼ਰੂਰੀ ਹੈ। ਸੋ ਭਾਈ ਸਾਹਿਬ ਜੀ, ਇਹ ਤਾਂ ਅਧਿਆਤਮਕ ਪੱਖ ਦੀ ਗੱਲ ਹੋ ਗਈ। ਜਿਸ ਤਰ੍ਹਾਂ ਕਿ ਆਪ ਜੀ ਨੇ ਗੱਲ ਕੀਤੀ ਸੀ ਕਿ ਸਨਾਤਨ ਮੱਤ ਦੇ ਵਿੱਚ ਰਾਮਚੰਦਰ ਜੀ ਦੇ ਨਾਲ ਇਸ ਦਿਨ ਨੂੰ ਜੋੜਿਆ ਜਾਂਦਾ ਕਿ ਅਯੋਧਿਆ ਤੋਂ ਬਨਵਾਸ ਕੱਟ ਕੇ ਅਯੋਧਿਆ ਵਾਪਸ ਆਏ ਸੀਗੇ। ਤੇ ਜੇ ਗੁਰਮਤਿ ਦੀ ਗੱਲ ਕਰੀਏ, ਸਿੱਖ ਇਤਿਹਾਸ ਦੀ ਗੱਲ ਕਰੀਏ, ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ, ਬੱਚੇ ਦੇ ਹੱਥ ਵਿੱਚ ਮੋਬਾਈਲ ਆ ਗਿਆ, ਤੇ ਜਿੱਥੇ ਜਾਣਕਾਰੀ ਬਹੁਤ ਜ਼ਿਆਦਾ ਵੀ ਦਿੱਤੀ ਜਾ ਰਹੀ ਹੈ, ਤੇ ਉੱਥੇ ਬਹੁਤ ਸਾਰੇ ਬੱਚੇ ਐਸੇ ਵੀ ਮੈਂ ਦੇਖੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਸਾਡੇ ਧਰਮ ਨਾਲ ਇਹਦਾ ਕੀ ਸੰਬੰਧ ਹੈ। ਸੋ ਇਹ ਵੀ ਥੋੜਾ ਜਿਹਾ ਚਾਨਣਾ ਸਾਡੇ ਸਿੱਖ ਇਤਿਹਾਸ ਬਾਰੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾਅ ਕੀਤਾ ਗਿਆ ਤੇ 52 ਰਾਜੇ ਨਾਲ ਮਹਾਰਾਜ ਜੀ ਛੁਡਾ ਕੇ ਲੈ ਕੇ ਆਏ। ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਕਿ ਗੁਰੂ ਸਾਹਿਬ ਨੂੰ ਕੈਦ ਕਿਉਂ ਕੀਤਾ ਗਿਆ ਗਵਾਲੀਅਰ ਦੇ ਕਿਲੇ ਦੇ ਵਿੱਚ? ਉਹ ਇਸਲਾਮਿਕ ਨੀਤੀ ਦੇ ਤਹਿਤ ਉਹਨਾਂ ਨੂੰ ਜਹਾਂਗੀਰ ਨੇ ਕੈਦ ਕੀਤਾ ਸੀ, ਕਿਉਂਕਿ ਅਕਬਰ ਨੇ ਜਿਹੜਾ ਧਰਮ ਚਲਾਇਆ ਸੀ ਉਹਦਾ ਸਫਲ ਨਹੀਂ ਹੋਇਆ। ਉਹਨੇ ਆਪਣੇ ਆਪ ਨੂੰ ਉਹਨੇ ਖਲੀਫਾ ਸਾਬਤ ਕਰਕੇ ਇਸਲਾਮ ਦਾ ਕੋਸ਼ਿਸ਼ ਕੀਤੀ ਸੀ ਦੀਨ ਇਲਾਹੀ ਚਲਾਉਣ ਦੀ, ਉਹ ਸਕਸੈਸਫੁਲ ਨਹੀਂ ਹੋਇਆ। ਉਸ ਤੋਂ ਬਾਅਦ ਫਿਰ ਉਹ ਹੈ ਤਾਂ ਬੇਸਿਕਲੀ ਸਟਰੀਮ ਸੀ, ਉਹ ਧਾਰਮਿਕ ਕੱਟੜਤਾ ਵਿੱਚ ਬਦਲਦੀ ਗਈ ਜਹਾਂਗੀਰ ਤੋਂ। ਜਹਾਂਗੀਰ ਨੇ ਗੁਰਜਨ ਦੇ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾਇਆ। ਉਹਦਾ ਕਾਰਨ ਵੀ ਇਹੀ ਸੀ ਕਿ ਉਹ ਸਿੱਖੀਜ਼ਮ ਦੇ ਅਗੇਂਸਟ ਸੀ। ਉਹਦਾ ਮੁੱਢਲਾ ਜਿਹੜਾ ਰੂਟ ਕਾਜ਼ ਸੀ ਕਿ ਜਿਹੜੇ ਹਿੰਦੂ ਸਨ, ਸਨਾਤਨੀ ਸਨ, ਉਹ ਵੀ ਸਿੱਖੀ ਨੂੰ ਅਪਣਾਉਂਦੇ ਜਾ ਰਹੇ ਸਨ। ਗੁਰੂ ਨਾਨਕ ਦੇ ਸਿਧਾਂਤ ਨੂੰ, ਗੁਰੂ ਨਾਨਕ ਦੇ ਗਿਆਨ ਨੂੰ, ਗੁਰੂ ਨਾਨਕ ਦੀ ਵਿਚਾਰਧਾਰਾ ਨੂੰ, ਸਰੂਪ ਦੀ ਗੱਲ ਨਹੀਂ ਮੈਂ ਕਰ ਰਿਹਾ, ਉਹ ਸਿਧਾਂਤ ਨੂੰ ਉਹਨਾਂ ਨੂੰ ਪਸੰਦ ਆਉਂਦੀ ਸੀ। ਗੁਰੂ ਨਾਨਕ ਸਾਹਿਬ ਦੀ ਬਾਤ ਵੀ ਬਹੁਤ ਸੋਹਣੀ ਗੱਲ ਕਰਦੇ ਨੇ
ਉਹ ਗੱਲ ਉਹ ਅਪਣਾਈ ਜਾ ਰਹੇ ਸਨ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨਾਂ ਨੂੰ ਅਪਣਾ ਰਹੇ ਸਨ। ਉਹਨਾਂ ਦੇ ਨਾਲ ਨਾਲ ਮੁਸਲਮਾਨ ਵੀ ਸਾਈਂ ਮੀਆਂ ਮੀਰ ਦਾ ਸੁਖਮਨੀ ਸਾਹਿਬ ਦਾ ਪਾਠ ਕਰਨਾ, ਸਾਈਂ ਮੀਆਂ ਮੀਰ ਤੋਂ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਵਾਉਣਾ, ਇਹ ਉਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ, ਕਿਉਂਕਿ ਉਹ ਸੂਫੀ ਸੰਤ ਸੀ। ਜਿਹੜੇ ਸੂਫੀ ਹੁੰਦੇ ਨੇ ਉਹ ਥੋੜੇ ਲਿਬਰਲ ਹੁੰਦੇ ਨੇ, ਜਿਵੇਂ ਸਾਡੇ ਸਿੱਖੀਜ਼ਮ ਵਿੱਚ ਵੀ ਬਹੁਤ ਸਾਰੀਆਂ ਧਾਰਾਵਾਂ ਨੇ। ਇੱਕ ਸੰਤ ਮਤ ਹੈ, ਇੱਕ ਖਾੜਕੂ ਬੁੱਧੀ ਦੇ ਲੋਕ ਵੀ ਸਾਡੇ ਵਿੱਚ ਹਨ, ਜਿਹੜੇ ਗਰਮ ਦਿਮਾਗ ਨੇ, ਉਹ ਸਿਰਫ ਡਾਂਗ ਖੜਕਾਣਾ ਹੀ ਜਾਣਦੇ ਨੇ, ਗੋਲੀ ਮਾਰਨਾ ਜਾਣਦੇ ਨੇ। ਉਹਨਾਂ ਨੂੰ ਨਹੀਂ ਪਤਾ ਕਿ ਪ੍ਰੇਮ ਦਾ ਮਾਰਗ ਹੈ। ਸਿੱਖੀਜ਼ਮ ਜਿਹੜਾ ਹੈ ਪ੍ਰੇਮ ਦਾ ਮਾਰਗ ਹੈ। ਜਿਹਨੂੰ ਪ੍ਰੇਮ ਕੀ ਉਹ ਬੰਦੂਕ ਦੇ ਜ਼ੋਰ ਨਾਲ ਜਾਂ ਤਲਵਾਰ ਦੇ ਜ਼ੋਰ ਨਾਲ ਧਰਮ ਨਹੀਂ। ਫਿਰ ਤਾਂ ਤੁਹਾਡੇ ਵਿੱਚ ਤੇ ਔਰੰਗਜ਼ੇਬ ਵਿੱਚ ਫਰਕ ਕੀ ਰਹਿ ਗਿਆ? ਇਹ ਮੈਂ ਸਿੱਖ ਆਪਣੇ ਭਰਾਵਾਂ ਨੂੰ ਉਹਨਾਂ ਨੂੰ ਵੀ ਸੁਚੇਤ ਕਰਾਂ, ਜਿਹੜੇ ਇਸ ਤਰ੍ਹਾਂ ਦੀ ਬਿਰਤੀ ਰੱਖਦੇ ਨੇ, ਬਹੁਤ ਤਲਖ ਔਰ ਬੜੀ ਗਰਮ ਮਿਜਾਜ਼ੀ ਰੱਖਦੇ ਨੇ। ਇਹ ਸਿੱਖਾਂ ਨੂੰ ਇਹ ਸ਼ੋਭਾ ਨਹੀਂ ਦਿੰਦੀ। ਸਿੱਖੀ ਪ੍ਰੇਮ ਭਾਵਨਾ ਦਾ ਮਾਰਗ ਹੈ, ਇਹ ਪ੍ਰੇਮਾ ਭਗਤੀ ਦਾ ਮਾਰਗ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ। ਘਟ ਘਟ ਮੈਂ ਹਰ ਜੂ ਬਸੈ, ਸਭੈ ਘਟ ਰਾਮ ਬੋਲੇ। ਸਾਰਿਆਂ ਚ ਵਾਹਿਗੁਰੂ ਦੇਖਣਾ, ਸਭ ਗੋਬਿੰਦ ਹੈ, ਸਾਰਿਆਂ ਦੇ ਵਿੱਚ ਉਸ ਨਿਰੰਕਾਰ ਨੂੰ ਵੇਖਣਾ, ਇਹ ਸਿੱਖੀ ਦਾ ਸਿਧਾਂਤ ਹੈ। ਅਸੀਂ ਜੇ ਕਿਸੇ ਨੂੰ ਵੀ ਨਫ਼ਰਤ ਕਰ ਰਹੇ ਹਾਂ, ਚਾਹੇ ਉਹ ਕਿਸੇ ਵੀ ਧਰਮ ਨਾਲ ਹੋਵੇ, ਤਾਂ ਅਸੀਂ ਸਿੱਖੀ ਦੇ ਉੱਤੇ ਪੂਰੇ ਨਹੀਂ ਹਾਂ। ਭਾਈ ਕਨਈਆ ਦੇਖੋ, ਉਹ ਦੁਸ਼ਮਣ ਨੂੰ ਪਾਣੀ ਪਿਲਾਉਂਦਾ ਸੀ, ਉਹਨੂੰ ਨਹੀਂ ਪਤਾ ਦੁਸ਼ਮਣ ਹਿੰਦੂ ਹੈ, ਮੁਸਲਮਾਨ ਹੈ, ਕਿਹੜਾ ਨਹੀਂ। ਉਹਨੂੰ ਪਾਣੀ ਦੀ ਆਵਾਜ਼ ਆਉਂਦੀ ਸੀ, ਉਹ ਪਾਣੀ ਲੈ ਕੇ ਉਹਦੇ ਮੂੰਹ 'ਚ ਪਾ ਦਿੰਦਾ ਸੀ। ਇਹ ਬ੍ਰਹਮ ਅਵਸਥਾ ਹੈ, ਸਮਦਿਸ਼ਟਾ ਹੋਣਾ। ਇਹ ਅਸਲ ਸਿੱਖੀ ਹੈ, ਇਹ ਤਤ ਸਿੱਖੀ ਹੈ। ਕੱਟੜ ਹੋ ਜਾਣਾ ਕਿਸੇ ਵੀ ਧਰਮ ਲਈ ਖਤਰਨਾਕ ਹੋਇਆ ਕਰਦਾ ਹੈ। ਇਹ ਮੈਂ ਸੰਗਤ ਨੂੰ ਬੇਨਤੀ ਕਰਾਂ। ਅੱਜ ਇਸਲਾਮ ਦੇ ਵਿੱਚ ਕੱਟੜ ਪੰਥੀਆਂ ਨੇ ਸਾਰੇ ਵਰਲਡ ਵਿੱਚ ਤਰਥੱਲੀ ਮਚਾਈ ਹੋਈ ਹੈ। ਉਹਦਾ ਕਾਰਨ ਇਹ ਹੈ, ਉਹ ਕਹਿੰਦੇ ਨੇ ਜਿਹੜਾ ਸਾਡੇ ਈਮਾਨ ਵਿੱਚ ਅੱਲਾਹ ਤਾਲਾ ਦੇ ਈਮਾਨ 'ਚ ਨਹੀਂ ਆਉਂਦਾ, ਉਹਨੂੰ ਧਰਤੀ ਤੇ ਰਹਿਣ ਦਾ ਹੱਕ ਹੀ ਨਹੀਂ ਹੈ, ਗੋਲੀ ਮਾਰ ਦਿਓ। ਇਹ ਸਿੱਖੀ ਦਾ ਸਿਧਾਂਤ ਨਹੀਂ ਹੈ। ਸਿੱਖੀ ਦਾ ਸਿਧਾਂਤ ਹੈ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੀ ਸਾਜਨਾ। ਦੇਖੋ, ਅਸੀਂ ਸਿੱਖੀ ਨੂੰ ਜੇ ਵਧਾਉਣਾ ਹੈ, ਸਿੱਖੀ ਨੂੰ ਪ੍ਰਫੁੱਲਤ ਕਰਨਾ ਹੈ, ਤੁਹਾਡਾ ਰॉ ਮਟੀਰੀਅਲ ਕਿੱਥੋਂ ਆਏਗਾ? ਅੱਜ ਤੇ ਤੁਹਾਡਾ ਸਾਰਾ ਜ਼ੋਰ ਸਿੱਖਾਂ ਦੇ ਬੱਚਿਆਂ ਨੂੰ ਸਿੱਖ ਬਣਾਉਣ ਤੇ ਲੱਗ ਰਿਹਾ। ਤੁਹਾਡਾ ਸਾਰਾ ਪ੍ਰਚਾਰਕ ਢਾਂਚਾ ਜਿਹੜਾ ਹੈ ਉਹ ਸਿੱਖਾਂ ਨੂੰ ਹੀ ਤੁਸੀਂ ਉਪਦੇਸ਼ ਦੇ ਰਹੇ ਹੋ, ਜਦਕਿ ਤੁਸੀਂ ਇਹ ਉਪਦੇਸ਼ ਦੁਨੀਆ ਨੂੰ ਦੇਣਾ ਸੀ। ਪ੍ਰਚਾਰ ਸਿੱਖਾਂ ਵਿੱਚ ਨਹੀਂ ਕਰਨਾ ਸੀ, ਕੀਰਤਨ ਕਥਾ ਸਿੱਖਾਂ ਨੂੰ ਨਹੀਂ ਸੁਣਾਉਣਾ ਸੀ, ਦੁਨੀਆ ਨੂੰ ਸੁਣਾਉਣਾ ਸੀ। ਸਾਰੀ ਦੁਨੀਆ ਉਸ ਨੂੰ ਸੁਣਦੀ, ਜਿਹਨੂੰ ਪਸੰਦ ਆ ਜਾਂਦਾ ਉਹ ਸਿੱਖੀ ਨੂੰ ਅਪਣਾ ਲਏ, ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ। ਉਹ ਗੱਲ ਮਕੜੀ ਵਿੱਚ ਆ ਜਾਏ ਗੁਰੂ ਪਾਤਸ਼ਾਹ ਦੀ। ਇਹ ਸੀ ਸਿੱਖੀ ਦਾ ਪ੍ਰਚਾਰ। ਅੱਜ ਸਾਡਾ ਸਾਰਾ ਜ਼ੋਰ ਸਿੱਖਾਂ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਨੂੰ, ਸਿੱਖਾਂ ਦੇ ਬੱਚਿਆਂ ਨੂੰ ਪਤੋਤਪੁੜੇ ਤੋਂ ਬਚਾਉਣ ਲਈ ਲੱਗ ਰਿਹਾ, ਸਿੱਖਾਂ ਦੇ ਬੱਚਿਆਂ ਨੂੰ ਵਾਪਸ ਸਿੱਖੀ ਵਿੱਚ ਲਿਆਉਣ ਲਈ ਲੱਗ ਰਿਹਾ। ਉਹਦਾ ਮੂਲ ਕਾਰਨ ਇਹ ਹੈ ਸਾਡਾ ਕੱਟੜ ਹੋ ਜਾਣਾ, ਸਾਡੀ ਸੋੜੀ ਸੋਚ ਹੋ ਜਾਣਾ। ਅਸੀਂ ਗੁਰੂ ਦੇ ਨਾਨਕ ਦੇ ਸੱਚੇ ਪਾਤਸ਼ਾਹ ਦੇ ਸਿਧਾਂਤ ਤੋਂ ਦੂਰ ਚਲੇ ਗਏ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅਸੀਂ ਆਪਣਾ ਰॉ ਮਟੀਰੀਅਲ ਜਿਨ੍ਹਾਂ ਨੇ ਸਿੱਖੀ ਵਿੱਚ ਕਨਵਰਟ ਹੋਣਾ ਸੀ, ਅਸੀਂ ਵੀ ਤਾਂ ਕਿਤੋਂ ਆਏ ਹੋਏ ਹਾਂ। ਸਾਡੇ ਪਿਓ ਦਾਦੇ ਪੜਦਾਦੇ ਜਿਹੜੇ ਨੌਨ ਸਿੱਖ ਸਨ, ਬਾਅਦ ਵਿੱਚ ਉਹ ਗੁਰੂ ਨਾਨਕ ਸਾਹਿਬ ਦੇ ਨਾਲ ਆ ਕੇ ਜੁੜੇ, ਕਿਸੇ ਨਾ ਕਿਸੇ ਲੈਵਲ ਤੇ ਉਹ ਸਿੱਖ ਬਣੇ। ਉਸ ਤੋਂ ਪਹਿਲਾਂ ਤਾਂ ਸਾਡੇ ਉਹ ਸਿੱਖ ਨਹੀਂ ਸਨ ਨਾ। ਉਹ ਸਾਡਾ ਰॉ ਮਟੀਰੀਅਲ ਦੇਖੋ ਨਾ ਕਿੱਥੋਂ ਆ ਰਿਹਾ, ਸਪਲਾਈ ਕਿੱਥੋਂ ਆ ਰਹੀ ਹੈ ਸਿੱਖੀਜ਼ਮ ਦੀ। ਇਹ ਸਾਡੇ ਕੋਲ ਥਿੰਕ ਟੈਂਕ ਨਹੀਂ ਹੈ, ਸਾਡੇ ਕੋਲ ਸੋਚ ਨਹੀਂ ਹੈ ਕਿ ਸਿੱਖੀ ਨੂੰ ਪ੍ਰਫੁੱਲਤ ਕਿਵੇਂ ਕਰਨਾ ਹੈ। ਅੱਜ ਸਾਡਾ ਜ਼ੋਰ ਸਿੱਖਾਂ ਨੂੰ ਹੀ ਬਚਾਉਣ 'ਚ ਲੱਗਾ ਹੋਇਆ, ਬਜਾਏ ਕਿ ਨਵੇਂ ਸਿੱਖ ਪੈਦਾ ਕਰਨ ਦੇ, ਸਿੱਖੀ ਨੂੰ ਵਧਾਉਣ ਦਾ। ਅੱਜ ਹਰਪੰਤ ਸਿੰਘ ਜੋਗੀ ਜੀ ਨੇ ਕਿੰਨਾ ਵੱਡਾ ਉਪਰਾਲਾ ਕੀਤਾ, ਉਹਨਾਂ ਨੇ ਗੋਰਿਆਂ ਨੂੰ ਸਿੱਖ ਬਣਾਇਆ। ਕੁਝ ਗੁਰਸਿੱਖ ਪਿਆਰਿਆਂ ਨੇ ਅਫਰੀਕਾ ਜਾ ਕੇ ਕਾਲਿਆਂ ਨੂੰ ਸਿੱਖ ਬਣਾਇਆ, ਅਫਰੀਕਨਸ ਨੂੰ ਉਹਨਾਂ ਨੂੰ ਸਿੱਖ ਬਣਾਇਆ, ਕਨਵਰਜਨ ਹੋਇਆ ਨਾ। ਇਸ ਤਰ੍ਹਾਂ ਇਹ ਹੈ ਨਾਮ ਦੀ ਖੁਸ਼ਬੂ ਫੈਲਾਣੀ। ਮੇਰਾ ਕਹਿਣ ਦਾ ਮੋਟਿਵ ਇਹ ਨਹੀਂ ਹੈ ਕਿ ਅਸੀਂ ਸਾਰੀ ਦੁਨੀਆ ਨੂੰ ਸਿੱਖ ਬਣਾਉਣ ਦੀ ਕੋਸ਼ਿਸ਼ ਕਰੀਏ। ਨੋ, ਅਸੀਂ ਗੁਰੂ ਨਾਨਕ ਦੀ ਖੁਸ਼ਬੂ ਜਿਹੜੀ ਹੈ, ਉਹ ਸਾਰੀ ਰੂਹਾਨੀਅਤ ਜਿਹੜੀ ਹੈ, ਉਹ ਸਾਰੀਆਂ ਰੂਹਾਂ ਤੱਕ ਪਹੁੰਚਾਉਣੀ ਹੈ, ਉਹ ਖੁਸ਼ਬੂ ਫੈਲਾਉਣੀ ਹੈ। ਜਿਹਨੂੰ ਪਸੰਦ ਆਵੇ ਉਹ ਉਸ ਨੂੰ ਕਬੂਲ ਕਰ ਲਵੇ। ਇੱਕ ਮੁਸਲਮਾਨ ਰਹਿ ਕੇ ਵੀ ਸਿੱਖ ਹੋ ਸਕਦਾ ਹੈ, ਇੱਕ ਹਿੰਦੂ ਹੋ ਕੇ ਵੀ ਸਿੱਖ ਹੋ ਸਕਦਾ ਹੈ, ਈਸਾਈ ਹੋ ਕੇ ਵੀ। ਮੈਂ ਇੱਕ ਘਟਨਾ ਦੀ ਗੱਲ ਕਰਦਾ ਹਾਂ ਇੱਥੇ। ਕਿਸੇ ਬੰਦੇ ਨੇ ਅਮਰੀਕਾ ਵਿੱਚ ਇੱਕ ਸਿੱਖ ਨੂੰ ਵੇਖਿਆ ਸੰਡੇ ਦੇ ਦਿਨ, ਉਹ ਚਰਚ ਵਿੱਚੋਂ ਬਾਹਰ ਆ ਰਿਹਾ ਸੀ। ਉਹ ਗੱਡੀ ਰੋਕ ਕੇ ਉਹਨੂੰ ਮਿਲੇ, ਜਾ ਕੇ ਕਹਿੰਦੇ ਭਾਈ ਸਾਹਿਬ ਬੜਾ ਦੁੱਖ ਹੋਇਆ ਕਿ ਤੁਸੀਂ ਚਰਚ ਆਏ ਹੋਏ ਹੋ, ਸੰਡੇ ਦਾ ਦਿਨ ਤੁਸੀਂ ਗੁਰਦੁਆਰੇ ਕਿਉਂ ਨਹੀਂ ਹੈਗੇ? ਉਹ ਕਹਿਣ ਲੱਗਾ ਭਾਈ ਸਾਹਿਬ, ਉਹ ਗੋਰਾ ਸੀ, ਕਹਿੰਦਾ ਆਮ ਨੋਟ ਅ ਸਿੱਖ, ਮੈਂ ਕ੍ਰਿਸਚਨ ਹਾਂ, ਮੇਰੇ ਮਾਤਾ ਪਿਤਾ ਕ੍ਰਿਸਚਨ ਸਨ, ਮੈਂ ਕ੍ਰਿਸਚਨ ਧਰਮ ਨਾਲ ਸੰਬੰਧਿਤ ਹਾਂ। ਮੈਨੂੰ ਸਿੱਖਾਂ ਦਾ ਲਿਬਾਸ, ਸਿੱਖੀ ਜੀਵਨ ਜਾਚ, ਉਹਨਾਂ ਦੀ ਵਿਚਾਰਧਾਰਾ ਚੰਗੀ ਲੱਗੀ, ਮੈਂ ਉਸਨੂੰ ਬਾਹਰ ਮੁਖੀ ਤੌਰ ਤੇ ਉਸਨੂੰ ਮੈਂ ਅਪਣਾ ਲਿਆ। ਦੇਖਣ ਨੂੰ ਮੈਂ ਸਿੱਖਾਂ ਵਰਗਾ ਲੱਗਦਾ, ਪਰ ਮੇਰਾ ਧਰਮ ਜਿਹੜਾ ਹੈ ਈਸਾਈਅਤ ਹੈ, ਇਸ ਕ੍ਰਿਸਚੈਨਿਟੀ ਹੈ, ਮੈਂ ਕ੍ਰਿਸਚੈਨਿਟੀ ਨੂੰ ਬਿਲੋਂਗ ਕਰਦਾ। ਇਸ ਕਰਕੇ ਤੁਸੀਂ ਇਸ ਗੱਲ ਦਾ ਗੁੱਸਾ ਨਾ ਕਰਿਓ। ਉਹ ਕਹਿਣ ਲੱਗਾ ਕਿ ਪਲੀਜ਼ ਡੋਂਟ ਮਾਈਂਡ, ਆਈ ਐਮ ਅ ਕ੍ਰਿਸਚਨ। ਉਹ ਸਿੱਖ ਜਿਹੜਾ ਸੀ ਉਹ ਚੁੱਪ ਹੋ ਕੇ ਵਾਪਸ ਆ ਗਿਆ। ਹੁਣ ਉਹਨੂੰ ਸਮਝ ਹੀ ਨਹੀਂ ਪਈ ਮੈਂ ਕੀ ਕਵਾਂ ਤੇ ਕੀ ਨਾ ਕਵਾਂ।
ਕੋਈ ਵੀ ਬੰਦਾ ਗੁਰੂ ਨਾਨਕ ਦਾ ਸਿੱਖ ਸਾਈਂ ਮੀਆਂ ਮੀਰ ਨੂੰ ਕੀ ਕਹੋਗੇ? ਬਿਲਕੁਲ ਹਾਂਜੀ। ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ ਔਰ ਉਸ ਤੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੀਂਹ ਪੱਥਰ ਖਾਉਂਦੇ ਨੇ। ਇਸ ਤਰ੍ਹਾਂ ਦੀਆਂ ਸੈਂਕੜੇ ਐਗਜ਼ਾਮਪਲ ਸਾਡੇ ਸਿੱਖ ਇਤਿਹਾਸ 'ਚ ਮੌਜੂਦ ਨੇ। ਜਿਹੜੇ ਮੁਸਲਮਾਨ, ਪੀਰ ਬੁੱਧੂ ਸ਼ਾਹ ਨੂੰ ਕੀ ਕਹੋਗੇ? ਉਹਨੂੰ ਮੁਸਲਮਾਨ ਕਹੋਗੇ? ਉਹਨੂੰ ਸਿੱਖ ਕਹੋਗੇ? ਕੀ ਕਹੋਗੇ? ਔਰ ਇੱਥੇ ਤੱਕ ਗੱਲ ਹੋ ਗਈ ਸੀ ਕਿ ਜਿਹੜੇ ਮੁਸਲਮਾਨ ਸਨ ਨਾ, ਉਹ ਫਿਰ ਇਹੋ ਜਿਹੇ ਲੋਕਾਂ ਨੂੰ, ਸੂਫੀਆਂ ਨੂੰ ਐਕਸੈਪਟ ਨਹੀਂ ਸਨ ਕਰਦੇ, ਕਿਉਂਕਿ ਉਹ ਇਹਨਾਂ ਨੂੰ ਲਿਬਰਲ ਕਹਿੰਦੇ ਸਨ ਕਿ ਇਹ ਬੜੇ ਲਿਬਰਲ ਨੇ, ਇਹ ਉਹ ਨੇ ਫਲੈਕਸੀਬਲ ਨੇ, ਇਹ ਇਸਲਾਮ 'ਚ ਪੱਕੇ ਨਹੀਂ। ਜਿਹੜਾ ਕੱਟੜ ਪੰਥ ਹੈ ਉਹਨੂੰ ਲਾਈਕ ਨਹੀਂ ਕਰਦਾ। ਬਿਲਕੁਲ ਹਾਂਜੀ। ਇਸੇ ਪ੍ਰਕਾਰ ਸਿੱਖੀ ਵਿੱਚ ਵੀ ਕੱਟੜ ਪੰਥ ਹੈ ਜਿਹੜਾ ਇਸ ਤਰ੍ਹਾਂ ਦੇ ਸਿੱਖਾਂ ਨੂੰ ਲਾਈਕ ਨਹੀਂ ਕਰਦਾ। ਜੇ ਕੋਈ ਸਿੱਖ ਜਿਹੜਾ ਹੈ ਕਿਸੇ ਹਿੰਦੂ ਦੇ ਫੰਕਸ਼ਨ ਤੇ ਉਹ ਮੰਦਿਰ 'ਚ ਚਲਾ ਗਿਆ, ਉਹਦੀ ਮਜਬੂਰੀ ਹੈ। ਜੇ ਕਿਸੇ ਦਾ ਮਾਤਾ ਪਿਤਾ ਗੁਜ਼ਰ ਗਿਆ, ਉਹਨੇ ਮੰਦਿਰ 'ਚ ਭੋਗ ਰੱਖਿਆ, ਸਾਨੂੰ ਉੱਥੇ ਜਾਣਾ ਪੈਂਦਾ ਸਮਾਜਿਕ ਭਾਈਚਾਰਾ ਨਿਭਾਉਣ ਲਈ, ਤਾਂ ਹੁਣ ਇੱਕ ਸਿੱਖ ਨੂੰ ਮੰਦਿਰ 'ਚੋਂ ਬਾਹਰ ਨਿਕਲਦਿਆਂ ਦੇਖ ਕੇ ਤੁਸੀਂ ਕਹੋਗੇ ਲੈ ਜੀ ਤਾਂ ਸਿੱਖ ਹੈ, ਇਹ ਮੰਦਿਰ ਕੀ ਕਰਨ ਗਿਆ? ਮੱਥਾ ਟੇਕਣ ਗਿਆ। ਉਹਦਾ ਮੰਦਿਰ 'ਚ ਜਾਣ ਨਾਲ ਉਹ ਹਿੰਦੂ ਨਹੀਂ ਹੋ ਜਾਂਦਾ, ਮਸਜਿਦ 'ਚ ਸਿੱਖ ਜਾਣ ਨਾਲ ਮੁਸਲਮਾਨ ਨਹੀਂ ਹੋ ਜਾਂਦਾ, ਉਹਦਾ ਖਤਨਾ ਥੋੜੀ ਹੋ ਗਿਆ। ਇਹ ਸਾਨੂੰ ਇਹ ਸੋਚ ਤੋਂ ਬਾਹਰ ਨਿਕਲਣਾ ਪਏਗਾ। ਸਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਨਾਮ ਦੀ ਖੁਸ਼ਬੂ ਦਾ ਜਿਹੜਾ ਮੈਸੇਜ ਹੈ ਉਹਨੂੰ ਪਕੜਨਾ ਪਏਗਾ। ਔਰ ਇਸ ਪ੍ਰਕਾਸ਼ ਦੇ ਤਿਉਹਾਰ ਤੇ ਗੁਰੂ ਨਾਨਕ ਦਾ ਜਿਹੜਾ ਪ੍ਰਕਾਸ਼ ਹੈ ਨਾ, ਸ਼ਬਦ ਦਾ ਪ੍ਰਕਾਸ਼, ਉਸ ਸਿਧਾਂਤ ਨੂੰ ਸਿੱਖਾਂ ਨੂੰ ਸਮਝਣਾ ਪਏਗਾ ਕਿ ਅਸੀਂ ਆਪਣੇ ਹਿਰਦੇ ਵਿੱਚ ਪਹਿਲਾਂ ਆਪਣਾ ਦੀਵਾ ਜਗਾਉਣਾ ਹੈ। ਪ੍ਰਥਮ ਮਨ ਪ੍ਰਬੁੱਧ ਹੈ ਆਪਣਾ, ਪਾਛੇ ਅਵਰ ਜਾਵੇ। ਸੋ ਭਾਈ ਸਾਹਿਬ ਜੀ, ਇਹ ਤਾਂ ਹੋ ਗਿਆ ਸਾਡਾ ਸਿਧਾਂਤਕ ਪੱਖ। ਮੈਂ ਗੱਲ ਕੀਤੀ ਸੀ ਇਤਿਹਾਸ ਬਾਰੇ, ਵੀ ਥੋੜਾ ਜਿਹਾ ਸਾਡੀ ਨੌਜਵਾਨ ਪੀੜ੍ਹੀ ਨੂੰ ਸਾਡੇ ਇਤਿਹਾਸ ਬਾਰੇ ਵੀ ਪਤਾ ਲੱਗੇ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗ੍ਰਿਫਤਾਰੀ ਕਿਉਂ ਹੁੰਦੀ ਹੈ, ਕਿਉਂ ਉਹਨਾਂ ਨੂੰ ਕੈਦ ਕੀਤਾ ਜਾਂਦਾ? ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਸੀ ਕਿ ਧਾਰਮਿਕ ਕੱਟੜਤਾ ਦੀ ਰੰਗਣ ਵਿੱਚ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾਇਆ। ਉਸ ਤੋਂ ਬਾਅਦ ਉਸ ਮਿਸ਼ਨ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਾਇਮ ਰੱਖਿਆ। ਪਿਤਾ ਸ਼ਹੀਦ ਹੋ ਗਏ, ਫਿਰ ਵੀ ਉਹਨਾਂ ਨੇ ਸਿੱਦਕ ਨਹੀਂ ਹਾਰਿਆ, ਉਹ ਟਲੇ ਨਹੀਂ। ਉਹਨਾਂ ਨੇ ਉਸ ਝੰਡੇ ਨੂੰ ਫੜੀ ਰੱਖਿਆ ਹੱਥ ਵਿੱਚ, ਮਿਸ਼ਨ ਨੂੰ, ਤੇ ਉਹ ਸਿਧਾਂਤ ਨੂੰ, ਸ਼ਬਦ ਦੇ ਸਿਧਾਂਤ ਨੂੰ ਲੈ ਕੇ ਤੁਰਦੇ ਰਹੇ। ਫਿਰ ਉਹਨਾਂ ਨੂੰ ਸ਼ਿਕਾਇਤਾਂ ਪਹੁੰਚਦੀਆਂ ਰਹੀਆਂ। ਉਹਨਾਂ ਨੇ ਕਿਹਾ ਵੀ ਇਹਨੂੰ ਰੋਕਣਾ ਤਾਂ ਪਏਗਾ। ਫਿਰ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਆਪਣੇ ਉਹਦੇ ਕਿਲੇ ਵਿੱਚ ਕੈਦ ਕੀਤਾ। ਕਿਲੇ 'ਚ ਕੈਦ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਕੋਈ ਬਿਮਾਰੀ ਉਹਨਾਂ ਦੇ ਪਰਿਵਾਰ ਵਿੱਚ ਆਈ, ਤਾਂ ਉਹਨਾਂ ਨੂੰ ਕਿਸੇ ਮਹਾਂਪੁਰਸ਼ ਨੇ ਕਿਹਾ ਕਿ ਤੁਸੀਂ ਬਹੁਤ ਵੱਡੀ ਆਤਮਾ ਨੂੰ, ਅਧਿਆਤਮਕ ਗੁਰੂ ਨੂੰ ਤੁਸੀਂ ਜੇਲ੍ਹ 'ਚ ਪਾਇਆ ਹੋਇਆ ਤੇ ਤੁਸੀਂ ਸੁੱਖ ਭਾਲਦੇ ਹੋ, ਨਹੀਂ ਹੋ ਸਕਦਾ। ਫਿਰ ਉਹਨਾਂ ਨੇ ਆਪਣੀ ਮਾਫੀ ਮੰਗੀ। ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਕਹਿਣ ਲੱਗਾ ਕਿ ਤੁਸੀਂ ਜਾ ਸਕਦੇ ਹੋ, ਤੁਹਾਨੂੰ ਅਸੀਂ ਰਿਹਾ ਕਰਦੇ ਹਾਂ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਇਹ ਸਾਰੇ ਬੇਦੋਸ਼ੀ ਤੋਂ ਅੰਦਰ ਡੱਕੇ ਨੇ, ਇਹਨਾਂ ਦਾ ਵਿਚਾਰਾ ਦਾ ਕੀ ਕਸੂਰ ਹੈ? ਇਹਨਾਂ ਦਾ ਵੀ ਇਹ ਕਸੂਰ ਹੈ ਜੋ ਮੈਂ ਮੁਸਲਮਾਨ ਨਹੀਂ ਹਾਂ ਤਾਂ ਤੂੰ ਮੈਨੂੰ ਡੱਕਿਆ, ਇਹ ਵੀ ਮੁਸਲਮਾਨ ਨੇ ਤੂੰ ਇਹਨਾਂ ਨੂੰ ਡੱਕਿਆ। ਜੇ ਛੱਡਣਾ ਇਹਨਾਂ ਨੂੰ ਵੀ ਨਾਲ ਛੱਡ, ਮੈਂ ਤੈਨੂੰ ਨਾਲ ਲੈ ਕੇ। ਕਹਿੰਦਾ ਜਿੰਨਾ ਜਿਹੜੇ ਤੁਹਾਡਾ ਪੱਲਾ ਫੜ ਕੇ ਚਲੇ ਜਾਣਗੇ ਮੈਂ ਛੱਡ ਦਾਂਗਾ। ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਪਿਓ ਸਨ। ਉਹਨਾਂ ਨੇ ਫਿਰ ਉਹ ਕਲੀਆਂ, 52 ਕਲੀਆਂ ਵਾਲਾ ਚੋਲਾ ਪਹਿਨਿਆ, ਉਹ ਇੱਕ ਇੱਕ ਕਲੀ ਸਾਰਿਆਂ ਨੂੰ ਫੜਾ ਦਿੱਤੀ, ਸਾਰਿਆਂ ਨੂੰ ਹੀ ਮੁਕਤ ਕਰ ਦਿੱਤਾ। ਇਹ ਵੱਖਰੀ ਗੱਲ ਹੈ ਕਿ ਸਮਾਂ ਪਾ ਕੇ ਉਹਨਾਂ ਵਿੱਚੋਂ ਬਹੁਤੇ ਨਮਕ ਹਰਾਮ ਹੋ ਗਏ, ਉਹ ਇਸ ਗੱਲ ਨੂੰ ਭੁੱਲ ਗਏ। ਕੁਝ ਜੁੜੇ ਵੀ ਰਹੇ, ਕੁਝ ਤਾਂ ਜ਼ਿੰਦਗੀ ਉਹਨਾਂ ਦੀਆਂ ਪੀੜ੍ਹੀਆਂ ਤੱਕ, 10ਵੇਂ ਪਾਤਸ਼ਾਹ ਤੱਕ ਉਹ ਗੁਰੂ ਘਰ ਦੀ ਸੇਵਾ ਨਿਭਾਉਂਦੇ ਰਹੇ। ਕੁਝ ਉਹ ਜਿਹੜੇ ਨੇ ਉਹਨਾਂ ਨੇ ਆਪਣਾ ਰਾਜ ਪਾਠ ਦੇ ਨਸ਼ੇ ਵਿੱਚ ਜਾ ਕੇ ਉਹ ਇਸ ਗੱਲ ਨੂੰ, ਇਸ ਅਹਿਸਾਨ ਨੂੰ ਭੁੱਲ ਗਏ। ਚਲੋ ਇਹ ਸਾਡਾ ਵਿਸ਼ਾ ਨਹੀਂ, ਪਰ 6ਵੇਂ ਪਾਤਸ਼ਾਹ ਨੇ ਉਹਨਾਂ ਸਾਰਿਆਂ ਦਾ ਉਧਾਰ ਕੀਤਾ, ਉਹਨਾਂ ਨੂੰ ਛੁਡਾਇਆ। ਫਿਰ ਉਹ ਪ੍ਰਚਾਰ ਕਰਦੇ ਕਰਦੇ ਸਿੱਖ ਸੰਗਤਾਂ ਕੋਲ ਰੁਕਦੇ ਠਹਿਰਦੇ ਸਮਾਂ ਪਾ ਕੇ ਹਰਿਮੰਦਰ ਸਾਹਿਬ ਪਹੁੰਚੇ। ਤਾਂ ਸਿੱਖਾਂ ਨੇ ਬਹੁਤ ਸਾਰੀ ਖੁਸ਼ੀ ਬਣਾਈ ਹਰਿਮੰਦਰ ਸਾਹਿਬ ਪਹੁੰਚਣ ਤੇ ਉਹਨਾਂ ਦਾ ਸਵਾਗਤ ਹੋਇਆ 6ਵੇਂ ਪਾਤਸ਼ਾਹ ਜੀ ਦਾ। ਫੁੱਲਾਂ ਦੀ ਵਰਖਾ, ਦੀਪਮਾਲਾ, ਹੋਰ ਵੀ ਜੋ ਸਾਧਨ ਉਸ ਸਮੇਂ ਜੋ ਮੌਜੂਦ ਸਨ। ਸੋ ਇਤਿਹਾਸ ਦੀ ਗੱਲ ਜੇ ਸੰਖੇਪ ਦੇ ਵਿੱਚ ਕਰੀਏ ਤਾਂ ਗੁਰੂ ਪਿਆਰਿਓ, ਉਸ ਸਮੇਂ ਸਿੱਖੀ ਦੀ ਚੜ੍ਹਦੀ ਕਲਾ ਸੀ ਜਿਹੜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ, ਆਪਣੀਆਂ ਫੌਜਾਂ ਤਿਆਰ ਕੀਤੀਆਂ, ਸ਼ਸਤਰ ਪਹਿਨੇ, ਆਪਣੇ ਸਿੱਖਾਂ ਨੂੰ ਪਹਿਨਾਏ। ਸੋ ਇਹ ਸਾਰੀਆਂ ਗੱਲਾਂ ਸੀ ਜਿਹੜੀਆਂ ਕਿ ਮੁਗਲ ਸਰਕਾਰ ਨੂੰ ਉਸ ਸਮੇਂ ਚੁਭਦੀਆਂ ਸੀ, ਚੰਗੀਆਂ ਨਹੀਂ ਸੀ ਲੱਗਦੀਆਂ, ਤੇ ਉਹਨਾਂ ਨੂੰ ਖਤਰਾ ਸੀ ਕਿਤੇ ਨਾ ਕਿਤੇ ਵੀ ਇਹ ਸਿੱਖ ਸਾਡੇ ਤਖਤ ਤੱਕ ਨਾ ਪਹੁੰਚ ਜਾਣ, ਜਿਸ ਕਾਰਨ ਉਹਨਾਂ ਨੇ ਗੁਰੂ ਸਾਹਿਬ ਨੂੰ ਆਪਣੇ ਕਿਲੇ ਦੇ ਵਿੱਚ ਕੈਦ ਕੀਤਾ। ਸੋ ਬਾਕੀ ਇਤਿਹਾਸ ਭਾਈ ਸਾਹਿਬ ਨੇ ਆਪ ਜੀ ਦੇ ਨਾਲ ਸਾਂਝ ਪਾਈ ਹੋਈ ਹੈ ਕਿ ਕਿੱਦਾਂ ਗੁਰੂ ਸਾਹਿਬ ਨੇ ਫਿਰ ਉਹਨਾਂ ਰਾਜਿਆਂ ਨੂੰ ਵੀ ਛਡਵਾਇਆ, ਤੇ ਉਹਨਾਂ ਨੂੰ ਛਡਵਾਉਣ ਦੀ ਖੁਸ਼ੀ ਦੇ ਵਿੱਚ ਹੀ ਗੁਰੂ ਸਾਹਿਬ ਜਦੋਂ ਵਾਪਸ ਆਏ, ਕਿਉਂਕਿ ਤਕਰੀਬਨ ਅਲੱਗ-ਅਲੱਗ ਲਿਖਿਆ ਗਿਆ ਸੀ, 2-3 ਸਾਲ ਦਾ ਸਮਾਂ ਗੁਰੂ ਸਾਹਿਬ ਨੇ ਉਸ ਕਿਲੇ ਦੇ ਵਿੱਚ ਬਿਤਾਇਆ, ਜਿਸ ਕਾਰਨ ਸਿੱਖਾਂ ਦੇ ਮਨ ਦੇ ਵਿੱਚ ਵੀ ਬੜੀ ਤਾਂਘ ਪੈਦਾ ਹੋ ਚੁੱਕੀ ਸੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੀ। ਤੇ ਜਦੋਂ ਮਹਾਰਾਜ ਜੀ ਫਿਰ ਕਿਲੇ ਚੋਂ ਰਿਹਾ ਹੋ ਕੇ ਆਏ ਤਾਂ ਸਿੱਖਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ। ਸੋ ਭਾਈ ਸਾਹਿਬ ਜੀ, ਜੇ ਆਪਾਂ ਹੁਣ ਅੱਜ ਦੀ ਗੱਲ ਕਰੀਏ ਤੇ ਬਹੁਤ ਸਾਰੀਆਂ ਕ੍ਰਿਤੀਆਂ ਵੀ ਅੱਜ ਇਸ ਤਿਉਹਾਰ ਦੇ ਨਾਲ ਜੁੜ ਚੁੱਕੀਆਂ ਨੇ। ਸਭ ਤੋਂ ਪਹਿਲਾਂ ਤਾਂ ਇਸ ਵਿਸ਼ੇ ਤੇ ਮੈਂ ਗੱਲ ਕਰਨੀ ਚਾਹਾਂਗਾ ਕਿ ਅੱਜ ਦੀਵਾਲੀ ਵਾਲੇ ਦਿਨ ਦਰਬਾਰ ਸਾਹਿਬ ਵਿਖੇ ਤਕਰੀਬਨ ਕਰੋੜਾਂ ਰੁਪਏ ਦੇ ਬੰਬ ਨੇ, ਆਤਿਸ਼ਬਾਜ਼ੀਆਂ ਨੇ ਜਿਹੜੀਆਂ ਫੂਕ ਦਿੱਤੀਆਂ ਜਾਂਦੀਆਂ ਨੇ, ਕਿ ਉਸ ਸਮੇਂ ਵੀ ਇਦਾਂ ਦਾ ਸਿਸਟਮ ਕੋਈ ਸੀਗਾ
ਗੁਰੂ ਸਾਹਿਬ ਨੇ ਕੋਈ ਮਰਿਆਦਾ ਬਣਾਈ ਹੈ? ਉਸ ਜ਼ਮਾਨੇ 'ਚ ਏਦਾਂ ਦਾ ਕੋਈ ਆਤਿਸ਼ਬਾਜ਼ੀ ਹੋਇਆ ਹੀ ਨਹੀਂ ਕਰਦੀ ਸੀ ਉਦੋਂ। ਇਹ ਆਤਿਸ਼ਬਾਜ਼ੀ ਤਾਂ ਲਗਭਗ ਪਿਛਲੇ 70-80 100 ਸਾਲ ਦੀ ਕਾਢ ਹੈ। ਬਾਰੂਦ ਜਿਹੜਾ ਹੈ ਅੰਗਰੇਜ਼ ਲੈ ਕੇ ਆਏ ਨੇ। ਅੰਗਰੇਜ਼ਾਂ ਨੇ ਬਾਰੂਦ ਦੇ ਧਮਾਕੇ ਜਿਹੜੇ ਨੇ ਨਾ, ਪਹਿਲਾਂ ਤਾਂ ਲੜਾਈਆਂ ਵੀ ਜਿਹੜੀਆਂ ਸਾਡੇ ਯੁੱਧ ਹੁੰਦੇ ਸਨ ਉਹਦੇ ਨਾਲ ਕੁਝ ਤੋਪਾਂ ਨਹੀਂ ਸਨ ਹੁੰਦੀਆਂ, ਤਲਵਾਰਾਂ, ਨੇਜ਼ੇ, ਭਾਲੇ, ਤੀਰ ਕਮਾਨ ਹੁੰਦਾ ਸੀ। ਗੁਰੂ ਸਾਹਿਬ ਪਹਿਲਾਂ ਲੜਦੇ ਰਹੇ ਨੇ। 10ਵੇਂ ਪਾਤਸ਼ਾਹ ਤੱਕ ਫਿਰ ਬੰਦੂਕਾਂ ਆ ਗਈਆਂ ਸਨ। ਫਰਾਂਸ ਤੋਂ ਬੰਦੂਕਾਂ, ਜਿਹੜੇ 10ਵੇਂ ਪਾਤਸ਼ਾਹ ਕੋਲ ਤੋੜਾ ਬੰਦੂਕ ਜਿਹਨੂੰ ਕਹਿੰਦੇ ਸੀ, ਇੱਕ ਗੋਲੀ ਭਰ ਕੇ ਚਲਾਣੀ, ਫਿਰ ਉਦੋਂ ਬਾਰੂਦ ਆਇਆ। ਉਸ ਤੋਂ ਬਾਅਦ ਫਿਰ ਇਹਦੀ ਬਹੁਤ ਈਜ਼ੀਲੀ ਅਵੇਲੇਬਿਲਿਟੀ ਹੋਣ ਨਾਲ ਪਟਾਕੇ ਬਣਨ ਲੱਗ ਗਏ। ਪਹਿਲਾਂ ਬਾਰੂਦ ਬੜਾ ਕੀਮਤੀ ਹੁੰਦਾ ਸੀ। ਉਹ ਇਹ ਆਤਿਸ਼ਬਾਜ਼ੀ ਬਹੁਤ ਪੁਰਾਣੀ ਰਵਾਇਤ ਨਹੀਂ ਹੈ। ਨਿਰਾਪੁਰਾ ਇਹ ਪੋਲਿਊਸ਼ਨ ਦਾ ਇੱਕ ਲੰਦਾ ਹੋਰ ਕੁਝ ਵੀ ਨਹੀਂ ਹੈ। ਇਹ ਸਿੱਖਾਂ ਨੂੰ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪਤਾ ਨਹੀਂ ਸਾਡੀ ਗੱਲ ਸੁਣਨਗੇ ਕਿ ਨਹੀਂ, ਉਹਨਾਂ ਦੀ ਆਪਣੀ ਮੱਤ ਹੈ। ਇਹਦੇ ਨਾਲ ਕੋਈ ਬਹੁਤੀ ਖੁਸ਼ੀ ਨਹੀਂ ਜ਼ਾਹਰ ਹੁੰਦੀ। ਬਿਲਕੁਲ। ਤੁਸੀਂ ਕੋਈ ਵੀ ਸਿਆਣੇ ਬੰਦੇ ਨੂੰ 500 ਦਾ ਨੋਟ ਫੜਾਓ ਕਿ ਭਾਈ ਸਾਹਿਬ ਇਹਨੂੰ ਅੱਗ ਲਾਓ, ਦੇਖੋ ਤੁਹਾਡੇ ਮਨ ਨੂੰ ਖੁਸ਼ੀ ਹੁੰਦੀ ਹੈ? ਨਾ ਉਸਦੇ ਮਨ ਨੂੰ ਹੋਏਗੀ, ਨਾ ਤੁਹਾਡੇ ਮਨ ਨੂੰ ਹੋਏਗੀ। ਤੁਸੀਂ 500 ਰੁਪਏ ਦੇ ਜਾਂ 50,000 ਦੇ ਜਾਂ ਲੱਖ ਰੁਪਏ ਦੇ ਪਟਾਕੇ ਨੂੰ ਅੱਗ ਲਾ ਕੇ ਫੂਕ ਦਿੰਦੇ ਹੋ। ਉਸ ਮਾਇਆ ਨਾਲ ਕਿੰਨੇ ਗਰੀਬਾਂ ਦਾ ਜੀਵਨ ਤੁਸੀਂ ਰੁਸ਼ਨਾ ਸਕਦੇ ਹੋ, ਕਿੰਨੇ ਘਰਾਂ 'ਚ ਰੋਸ਼ਨੀ ਹੋ ਸਕਦੀ ਉਸ ਮਾਇਆ ਨਾਲ, ਕਿੰਨਿਆਂ ਦੇ ਬੱਚਿਆਂ ਨੂੰ ਪੜ੍ਹਾ ਸਕਦੇ ਹੋ, ਕਿੰਨੇ ਬਿਮਾਰਾਂ ਨੂੰ ਤੁਸੀਂ ਦਵਾਈਆਂ ਲੈ ਕੇ ਦੇ ਸਕਦੇ ਹੋ, ਹੋਰ ਕਿੰਨੇ ਉਪਕਾਰ ਦੇ ਕੰਮ ਹੋ ਸਕਦੇ ਨੇ। ਉਸ ਮਾਇਆ ਨੂੰ ਅਸੀਂ ਅੱਛੇ ਪਾਸੇ ਯੂਟਿਲਾਈਜ਼ ਕਰ ਸਕਦੇ ਹਾਂ। ਸਿੱਖਾਂ ਨੂੰ ਸੋਚਣ ਦੀ ਲੋੜ ਹੈ। ਬਿਲਕੁਲ। ਗੁਰਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਨੇ ਕਿਹਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ। ਮਹਾਰਾਜ ਕਹਿੰਦੇ ਉਸ ਪਵਨ ਨੂੰ ਆਪਣੇ ਗੁਰੂ ਦੀ ਤਰ੍ਹਾਂ ਪੂਜ, ਪਾਣੀ ਨੂੰ ਪਿਤਾ ਦੀ ਤਰ੍ਹਾਂ ਪੂਜ, ਧਰਤੀ ਤੇਰੀ ਮਾਂ ਹੈ। ਸੋ ਇਹ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ ਵੀ ਇਹਨਾਂ ਚੀਜ਼ਾਂ ਦੀ, ਪ੍ਰਕਿਰਤੀ ਦੀ ਅਸੀਂ ਸੇਵਾ ਸੰਭਾਲ ਕਰਨੀ ਹੈ। ਜਿੱਦਾਂ ਆਪਣੇ ਵੱਡ ਵਡੇਰਿਆਂ ਦੀ, ਆਪਣੇ ਗੁਰੂ ਦੀ, ਆਪਣੇ ਮਾਤਾ ਪਿਤਾ ਦੀ ਸੇਵਾ ਕਰਦੇ ਆ, ਉਸ ਹਿਸਾਬ ਨਾਲ ਅਸੀਂ ਇਸ ਕੁਦਰਤ ਦੀ ਸੇਵਾ ਕਰਨੀ ਹੈ। ਤੇ ਅਸੀਂ ਪੋਲਿਊਸ਼ਨ ਕਰਕੇ, ਆਤਿਸ਼ਬਾਜ਼ੀਆਂ ਕਰਕੇ ਅਸੀਂ ਉਸ ਹਵਾ ਨੂੰ ਦੂਸ਼ਿਤ ਕਰ ਦਿੰਦੇ ਆ ਤੇ ਕਿੰਨੀਆਂ ਬਿਮਾਰੀਆਂ ਲੱਗ ਜਾਂਦੀਆਂ। ਸੋ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਸਾਨੂੰ ਧਿਆਨ ਦੇਣਾ ਚਾਹੀਦਾ ਹੈ। ਸੋ ਇਹ ਵੇਸਟ ਆਫ ਮਨੀ ਹੈ, ਵੇਸਟ ਆਫ ਟਾਈਮ ਹੈ, ਕਿਸੇ ਕੰਮ ਦੀ ਚੀਜ਼ ਨਹੀਂ ਹੈ। ਸੋ ਸਾਨੂੰ ਧਿਆਨ ਦੇਣਾ ਚਾਹੀਦਾ। ਸਾਨੂੰ ਸਹੀ ਤਰੀਕੇ ਦੇ ਨਾਲ ਕੋਈ ਵੀ ਖੁਸ਼ੀ ਹੈ ਉਹ ਮਨਾਉਣੀ ਚਾਹੀਦੀ ਹੈ। ਸੋ ਭਾਈ ਸਾਹਿਬ ਜੀ, ਕੁਰਤੀਆਂ ਦੀ ਗੱਲ ਚੱਲ ਰਹੀ ਹੈ ਤੇ ਇੱਕ ਹੋਰ ਮੈਂ ਆਪ ਜੀ ਤੋਂ ਜਾਣਨਾ ਚਾਹਾਂਗਾ ਇਸ ਦਿਨ ਦੇ ਸੰਬੰਧ ਵਿੱਚ। ਤਕਰੀਬਨ ਅੱਜ ਕੱਲ ਦੇ ਦੀਵਾਲੀ ਦੇ ਦਿਨਾਂ ਦੇ ਵਿੱਚ ਹੀ ਦੇਖਣ ਨੂੰ ਮਿਲਦਾ ਹੈ ਕਿ ਲੋਕ ਨਾ ਟੂਣੇ ਟੱਪੇ ਵੀ ਬਹੁਤ ਕਰਨ ਲੱਗ ਜਾਂਦੇ ਨੇ। ਕਈਆਂ ਥਾਵਾਂ ਤੇ ਦੇਖਿਆ ਮਿਲਦਾ ਹੈ, ਚੌਂਕਾਂ ਦੇ ਵਿੱਚ ਵੀ। ਆ ਪਿੱਛੇ ਜੇ ਨਾ ਅਸੀਂ ਖੁਦ ਮੇਰੇ ਬ੍ਰਦਰ ਆ ਰਹੇ ਸੀ ਤੇ ਚੌਂਕ ਦੇ ਵਿੱਚ ਇੱਕ ਨਵਾਂ ਤਾਲਾ, ਉਹਦੇ ਵਿੱਚ ਚਾਬੀ ਵੀ ਵਿੱਚ, ਉੱਤੇ ਸੰਦੂਰ ਲਾ ਕੇ ਤੇ ਚੌਂਕ ਦੇ ਵਿੱਚ ਰੱਖਿਆ ਹੋਇਆ। ਤੇ ਬ੍ਰਦਰ ਨੇ ਦੇਖਿਆ ਵੀ ਤਾਲਾ ਨਵਾਂ, ਉਹ ਚੱਕ ਲਿਆ, ਕੰਮ ਆਏਗਾ ਘਰੇ। ਤੇ ਘਰ ਜਦੋਂ ਲਿਆਂਦਾ ਤੇ ਸਾਡੇ ਬਜ਼ੁਰਗ ਮਾਤਾ ਜੀ, ਦਾਦੀ ਜੀ ਸਾਡੇ, ਉਹਨਾਂ ਨੇ ਕਲੇਸ਼ ਪਾਤਾ ਵੀ ਕਿਸੇ ਨੇ ਟੂਣਾ ਕਰਕੇ ਰੱਖਿਆ ਹੋਇਆ, ਵੀ ਇਹ ਹੁਣ ਗਲਤ ਹੋ ਜਾਣਾ ਕੰਮ। ਤੇ ਉਹ ਤਾਲਾ ਅੱਜ ਵੀ ਸਾਡੇ ਘਰ ਪਿਆ, ਅੱਜ ਵੀ ਅਸੀਂ ਇਹਨੂੰ ਯੂਜ਼ ਕਰਦੇ ਹਾਂ। ਸੋ ਏਦਾਂ ਦੀ ਮੱਤ ਹੈ ਜਿਹੜੀ, ਇਹ ਕਿਉਂ ਲੋਕਾਂ ਦੇ ਵਿੱਚ ਪੈਦਾ ਹੋ ਗਈ? ਦੇਖੋ, ਇਹ ਧਾਗੇ, ਤਵੀਤ, ਟੂਣੇ ਜਿਹੜੇ ਨੇ ਨਾ, ਇਹਨਾਂ ਚੋਂ ਇਹ ਤੁਹਾਨੂੰ ਸੁਣ ਕੇ ਅਜੀਬ ਲੱਗੇਗਾ। ਮੇਰੇ ਤੋਂ ਐਜ਼ ਬੀਇੰਗ ਅ ਸਿੱਖ ਮੈਂ ਇਹ ਗੱਲ ਕਹਿ ਰਿਹਾ, ਇਹ ਸਾਰੀਆਂ ਚੀਜ਼ਾਂ ਦੀ ਹੋਂਦ ਹੈ। ਪਰ ਇਹ ਸਾਰੀਆਂ ਚੀਜ਼ਾਂ ਆਪਣੇ ਆਪ 'ਚ ਕੋਈ ਨਾ ਕੋਈ ਤਾਕਤ ਰੱਖਦੀਆਂ ਨੇ। ਜਿਵੇਂ ਕਾਲਾ ਜਾਦੂ ਹੈ, ਇਹ ਸਾਰੀਆਂ ਚੀਜ਼ਾਂ ਹੈ ਨਹੀਂ, ਮੈਂ ਨਕਾਰਦਾ ਨਹੀਂ ਇਹਨਾਂ ਨੂੰ, ਪਰ ਇਹ ਸਾਡੇ ਤੇ ਅਸਰ ਨਹੀਂ ਕਰ ਸਕਦੀਆਂ। ਇਹ ਗੱਲ ਸਿੱਖ ਯਾਦ ਰੱਖਣ। ਇਹ ਸਾਰਾ ਕੁਝ ਹੈ, ਸਾਡੇ ਤੇ ਨਹੀਂ। ਹੁਣ ਕਰੋਨਾ ਹੈ, ਪਰ ਮੈਂ ਮਾਸਕ ਲਾਇਆ, ਮੈਂ ਸੈਨੀਟਾਈਜ਼ਰ ਯੂਜ਼ ਕਰ ਰਿਹਾ, ਮੈਨੂੰ ਕਰੋਨਾ ਨਹੀਂ ਹੋ ਰਿਹਾ। ਸਾਰੀ ਦੁਨੀਆ ਨੂੰ ਹੋ ਸਕਦਾ ਹੈ। ਜਿਹੜਾ ਬੰਦਾ ਆਪਣੇ ਆਪ ਨੂੰ ਪ੍ਰੀਵੈਂਟ ਕਰ ਲੈਂਦਾ ਹੈ, ਪ੍ਰੀਵੈਂਸ਼ਨ ਹੈ, ਸਾਧਨ ਹੈ। ਸਾਡੇ ਕੋਲ ਗੁਰਬਾਣੀ ਹੈ, ਸਾਡੇ ਕੋਲ ਗੁਰੂ ਨਾਨਕ ਹੈ, ਸਾਡੇ ਕੋਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਖੰਡੇ ਬਾਟੇ ਦਾ ਅੰਮ੍ਰਿਤ ਹੈ। ਇਹ ਟੂਣੇ ਹੋਣਗੇ, ਹੈ ਨੇ, ਮੈਂ ਮਨਾ ਨਹੀਂ ਕਰਦਾ, ਪਰ ਸਾਡੇ ਤੇ ਇਹਨਾਂ ਦਾ ਅਸਰ ਕੋਈ ਨਹੀਂ। ਸਾਡੇ ਤੇ ਇਹਨਾਂ ਦਾ ਕੋਈ ਅਸਰ ਨਹੀਂ। 10ਵੇਂ ਪਾਤਸ਼ਾਹ ਸਮੇਂ ਤੋਂ ਉਹ ਛਨੀਚਰ ਵਾਲਾ ਇੱਕ ਆਇਆ ਸੀ, ਉਹਨਾਂ ਕੋਲ ਸਿੱਖਾਂ ਨੇ ਤੇਲ ਖੋਲਿਆ, ਕਹਿੰਦੇ ਲਿਆਓ ਪਕੌੜੇ ਤਲ ਕੇ ਛਕਾਂਗੇ ਆਪਾਂ। ਉਹਨੇ ਪਕੌੜੇ ਤਲ ਕੇ ਛਕੇ, ਨਾਲ ਮਹਾਰਾਜ ਛਕਾਏ 10ਵੇਂ ਪਾਤਸ਼ਾਹ ਨੂੰ। ਇਹ ਜ਼ਾਹਰ ਕੀਤਾ ਕਿ ਅਸੀਂ ਨਹੀਂ ਮੰਨਦੇ ਇਹਨਾਂ ਚੀਜ਼ਾਂ ਨੂੰ, ਇਹ ਚੀਜ਼ਾਂ ਸਾਡੇ ਵਾਸਤੇ ਨਹੀਂ ਹਨ। ਹੋਣਗੀਆਂ ਸੰਸਾਰ ਵਿੱਚ, ਹੈ ਨੇ, ਸਾਰਾ ਕੁਝ ਹੈ, ਪਰ ਸਿੱਖਾਂ ਨੂੰ ਇਹ ਪਾਉਂਦਾ ਨਹੀਂ, ਕਿਉਂਕਿ ਅਸੀਂ ਚੌਗਿਰਦ ਹਮਾਰੇ ਰਾਮ ਕਾ ਦੁੱਖ ਲੱਗਿਆ ਨਾ ਪਾਈ। ਅਸੀਂ ਆਪਣੇ ਦੁਆਲੇ ਗੁਰਸ਼ਬਦ ਦੀ, ਓਂਕਾਰ ਦੀ, ਨਿਰੰਕਾਰ ਦੀ ਇੱਕ ਲਕੀਰ ਵਾਹ ਲਈ ਹੈ। ਇਸ ਕਰਕੇ ਸਾਨੂੰ ਇਹ ਚੀਜ਼ਾਂ ਟੱਚ ਨਹੀਂ ਕਰਦੀਆਂ। ਹੋਣਗੀਆਂ ਚੀਜ਼ਾਂ, ਸਾਰਾ ਕੁਝ ਹੈ ਸੰਸਾਰ 'ਚ ਹੈ। ਲੋਕੀ ਕਰਦੇ ਨੇ, ਉਹ ਤਾਂ ਹੀ ਕਰਦੇ ਨੇ, ਉਹਦਾ ਇਫੈਕਟ ਹੁੰਦਾ ਨਾ। ਲੋਕੀ ਡਰਦੇ ਨੇ ਤਾਂ ਹੀ ਡਰਦੇ ਨੇ ਕਿ ਉਹਦਾ ਇਫੈਕਟ ਹੁੰਦਾ ਉਹਨਾਂ ਤੇ, ਸਾਡੇ ਤੇ ਨਹੀਂ ਹੁੰਦਾ। ਇਸ ਕਰਕੇ ਸਾਨੂੰ ਉਹਦੀ ਕੋਈ ਪਰਵਾਹ ਨਹੀਂ। ਹਾਂ, ਤੁਸੀਂ ਕੁਰਤੀਆਂ ਦੀ ਗੱਲ ਕਰ ਰਹੇ ਸੀ। ਦੀਵਾਲੀ ਵਾਲੇ ਦਿਨ ਲੋਕ ਜੂਆ ਵੀ ਬੜਾ ਖੇਡਦੇ ਨੇ, ਬਿਲਕੁਲ, ਤੇ ਸ਼ਰਾਬ ਪੀਂਦੇ ਨੇ। ਇਹ ਦੋ ਚੀਜ਼ਾਂ ਬਹੁਤ, ਅੱਜ ਕੱਲ੍ਹ ਇਹ ਚੀਜ਼ ਬਹੁਤ ਵੱਧ ਗਈ ਹੈ। ਔਰ ਮੈਨੂੰ ਬੜਾ ਦੁੱਖ, ਇਹ ਲਫ਼ਜ਼ ਕਹਿਣ 'ਚ ਦੁੱਖ ਹੋ ਰਿਹਾ ਕਿ ਸਾਡੇ ਬਹੁਤ ਸਾਰੇ ਸਿੱਖ ਭਰਾ ਕਹੀਏ ਨਾ ਕਹੀਏ, ਕੀ ਕਹੀਏ ਉਹਨਾਂ ਨੂੰ, ਬਹੁਤ ਸਾਰੇ ਜਿਹੜੇ ਦਿਖਦੇ ਸਿੱਖ ਨੇ, ਇਹੋ ਕਹਿ ਲਵਾਂ, ਜਿਹੜੇ ਨਜ਼ਰ ਸਿੱਖ ਆਉਂਦੇ ਨੇ ਲੇਕਿਨ ਉਹ ਸ਼ਰਾਬ ਪੀ ਰਹੇ ਹੁੰਦੇ ਨੇ ਤੇ ਜੂਆ ਖੇਡ ਰਹੇ ਹੁੰਦੇ ਨੇ ਦੀਵਾਲੀ ਦੀ ਰਾਤ ਨੂੰ।
ਬਿਲਕੁਲ ਇਹਦੇ ਬਾਰੇ ਸਾਨੂੰ ਉਪਰਾਲੇ ਕਰਨੇ ਚਾਹੀਦੇ ਨੇ। ਸਾਡੇ ਗੁਰਦੁਆਰਿਆਂ ਵਿੱਚੋਂ ਸਾਡੇ ਪ੍ਰਚਾਰਕ ਭਰਾਵਾਂ ਨੂੰ, ਔਰ ਹਰੇਕ ਇਕੱਲੇ ਪ੍ਰਚਾਰਕਾਂ ਨੂੰ ਨਹੀਂ, ਅਸੀਂ ਪ੍ਰਚਾਰਕਾਂ ਨੂੰ ਠੇਕੇਦਾਰ ਨਾ ਬਣਾ ਦਈਏ ਪ੍ਰਚਾਰ ਦਾ। ਬਿਲਕੁਲ ਹਰ ਸਿੱਖ ਨੂੰ ਚਾਹੀਦਾ, ਜੇ ਮੇਰਾ ਕੋਈ ਸੰਬੰਧੀ, ਮੇਰਾ ਕੋਈ ਦੋਸਤ ਮਿੱਤਰ ਇੱਕ ਕੁਕਰਮ ਕਰਦਾ ਹੈ, ਮੈਂ ਉਸ ਨੂੰ ਰੋਕਾਂ। ਤੁਹਾਡਾ ਕੋਈ ਮਿੱਤਰ ਸੰਬੰਧੀ ਪੜੋਸੀ ਕੋਈ ਬੰਦਾ ਇੱਕ ਕੁਕਰਮ ਕਰਦਾ ਹੈ, ਤੁਸੀਂ ਉਸ ਨੂੰ ਸਮਝਾਓ। ਇਸ ਤਰੀਕੇ ਨਾਲ ਅਸੀਂ ਬਿਲਕੁਲ ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਰਹਿ ਦੇਨ ਮਿਲਾਏ, ਅਸੀਂ ਸਾਰਿਆਂ ਨੂੰ ਪਰਮੇਸ਼ਰ ਨਾਲ ਜੋੜੀਏ। ਸਾਰਿਆਂ ਨੂੰ ਅਸੀਂ ਪਰਮੇਸ਼ਰ ਨਾਲ ਜੋੜੀਏ। ਭਾਈ ਇਹ ਕੰਮ ਨਾ ਕਰ, ਤੂੰ ਜਿੰਨਾ ਪੈਸਾ ਜੂਏ 'ਚ ਹਾਰੇਗਾ, ਇੰਨੇ ਪੈਸੇ ਨਾਲ ਤੂੰ ਆਪਣੇ ਬੱਚਿਆਂ ਨੂੰ ਫਰੂਟ ਲੈ ਜਾ, ਘਰ ਦੇਸੀ ਘਿਓ ਦਾ ਡੱਬਾ ਲੈ ਜਾ, ਜਾਂ ਮਿਠਾਈ ਲੈ ਜਾ, ਤੂੰ ਚੰਗੀ ਚੀਜ਼ ਲੈ ਜਾ, ਬੱਚਿਆਂ ਵਾਸਤੇ ਕੱਪੜਾ ਲੈ ਜਾ, ਘਰ ਨੂੰ ਸੂਟ ਲੈ ਦੇ, ਖੁਸ਼ ਹੋ ਜਾਏ, ਤੁਹਾਡੇ ਘਰ 'ਚ ਦੀਵਾਲੀ ਹੋ ਜਾਏ। ਅਸੀਂ ਹਜ਼ਾਰਾਂ ਰੁਪਏ ਜੂਏ 'ਚ ਜਾੜਨੇ ਆ, ਮੂੰਹ ਲਟਕਾ ਕੇ ਸਵੇਰੇ ਵਾਪਸ ਆ ਜਾਂਦੇ ਆ। ਇਸ ਢੰਗ ਤਰੀਕੇ ਨਾਲ ਅਸੀਂ ਉਹਨਾਂ ਲੋਕਾਂ ਨੂੰ ਸਮਝਾ ਬੁਝਾ ਕੇ ਇਸ ਕੁਰੀਤੀ ਨੂੰ ਦੂਰ ਕਰਨਾ ਸਮਾਜ ਦੀ ਜ਼ਿੰਮੇਵਾਰੀ ਵੀ ਹੈ। ਜਿਹੜੀਆਂ ਸਮਾਜਿਕ ਕੁਰੀਤੀਆਂ ਨੇ ਨਾ, ਅਸੀਂ ਸਾਰਾ ਕੁਝ ਧਰਮ ਪ੍ਰਚਾਰਕਾਂ ਦੇ ਠੇਕਾ ਪਾ ਦਿੰਦੇ ਆ ਵੀ ਲੋ ਜੀ ਪ੍ਰਚਾਰ ਨਹੀਂ ਕਰ ਰਹੇ, ਉਹਦਾ ਪ੍ਰਚਾਰ ਨਹੀਂ ਕਰ ਰਹੇ, ਇਹਦਾ ਪ੍ਰਚਾਰ ਨਹੀਂ। ਤੁਸੀਂ ਮੈਨੂੰ ਇਹ ਦੱਸੋ ਕਿਹੜਾ ਪ੍ਰਚਾਰਕਾਂ ਦੀ ਗੱਲ ਮੰਨਦਾ ਹੈ, ਕਿਹੜਾ ਸੁਣਦਾ ਹੈ? ਜੇ ਪ੍ਰਚਾਰਕ ਕਹਿੰਦੇ ਨੇ ਵੀ ਤੁਸੀਂ ਦਾਜ ਨਾ ਦਿਓ, ਦਾਜ ਨਾ ਲਓ, ਤੁਸੀਂ ਹਟ ਗਏ ਦਾਜ ਦੇਣ ਤੋਂ ਲੈਣ ਤੋਂ। ਪ੍ਰਚਾਰਕ ਕਹਿੰਦੇ ਨੇ ਵਿਆਹ ਸ਼ਾਦੀਆਂ ਸ਼ਰਾਬ ਦਾ ਚੱਲਣ ਨਹੀਂ ਹੋਣਾ ਚਾਹੀਦਾ, ਤੁਸੀਂ ਹਟ ਗਏ ਸ਼ਰਾਬ ਪੀਣ ਤੋਂ ਪਿਲਾਉਣ ਤੋਂ। ਵਿਆਹ ਸ਼ਾਦੀਆਂ ਹੁੰਦੀਆਂ ਨਹੀਂ ਸ਼ਰਾਬ ਤੋਂ ਬਿਨਾਂ। 90% ਸਿੱਖਾਂ ਦੇ ਵਿਆਹ 'ਚ ਸ਼ਰਾਬ ਦਾ ਚੱਲਣ ਹੈ। ਉਹ ਸ਼ਰਾਬ ਵਜਰ ਪੁਰੈਤ ਹੈ। ਜਿਹੜਾ ਸ਼ਰਾਬ ਪੀਂਦਾ, ਜਿਹੜਾ ਪਿਲਾਉਂਦਾ ਹੈ, ਉਹ ਸਿੱਖ ਹੀ ਨਹੀਂ ਰਹਿ ਜਾਂਦਾ ਸ਼ਰਾਬ ਪੀਣ ਨਾਲ, ਵਜਰ ਪੁਰੈਤ ਹੈ। ਲੇਕਿਨ ਬੜਾ ਅਫਸੋਸ ਹੈ ਇਸ ਗੱਲ ਦਾ। ਇਹ ਸਾਰਾ ਕੁਝ ਅਸੀਂ ਪ੍ਰਚਾਰਕਾਂ ਦੇ ਠੇਕੇ ਨਾ ਪਾਈ ਜਾਣ, ਦੇ ਸਿਰ ਨਾ ਪਾਈ ਜਾਈਏ ਜੀ ਪ੍ਰਚਾਰਕ ਪ੍ਰਚਾਰ ਨਹੀਂ ਕਰਦੇ। ਤੁਸੀਂ ਸੁਣਦੇ ਕਿੰਨਾ ਕੋ ਪ੍ਰਚਾਰਕਾਂ ਨੂੰ? ਤੁਸੀਂ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਨਹੀਂ ਮੰਨਿਆ, ਪ੍ਰਚਾਰਕ ਨੂੰ ਕਿੱਥੋਂ ਮੰਨ ਲਓਗੇ? ਬਿਲਕੁਲ। ਜਿਹੜਾ ਸ਼ਰਾਬ ਪੀ ਰਿਹਾ ਹੈ ਉਹਨੂੰ ਪਤਾ ਹੈ ਸ਼ਰਾਬ ਪੀਣਾ ਗੁਰੂ ਨਾਨਕ ਸਾਹਿਬ ਨੂੰ ਮਨਾਹੀ ਹੈ, ਵਜਰ ਪੁਰੈਤ ਹੈ। ਉਹ ਪੀ ਰਿਹਾ ਦਾ ਮਤਲਬ ਗੁਰੂ ਨੂੰ ਪਿੱਠ ਦਿਖਾ ਕੇ ਸ਼ਰਾਬ ਪੀ ਰਿਹਾ। ਜੇ ਤੂੰ ਆਪਣੇ ਪਿਓ ਦੀ ਗੱਲ ਨਾ ਮੰਨੀ, ਗੁਰੂ ਨਾਨਕ ਦੀ ਗੱਲ ਨਾ ਮੰਨੀ, ਤੂੰ ਪ੍ਰਚਾਰਕ ਨੂੰ ਕਿੱਥੋਂ ਮੰਨ ਲੈਣਾ ਭਾਈ? ਇਸ ਕਰਕੇ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਵਿੱਚ। ਜੇ ਅਸੀਂ ਕਿਸੇ ਨੂੰ ਵੇਖੀਏ ਜੂਆ ਖੇਡਦੇ ਆ, ਅਸੀਂ ਉਹਨੂੰ ਘੂਰੀਏ, ਡਾਂਟੀਏ ਜਾਂ ਡਰਾਈਏ ਉਹਨਾਂ ਨੂੰ ਵੀ ਓਏ ਤੁਸੀਂ ਕੀ ਕਰਦੇ ਉੱਥੇ ਬੈਠ ਕੇ, ਹੈ ਨਾ? ਉਹਨਾਂ ਨੂੰ ਇਹ ਸਾਡਾ ਫਰਜ਼ ਬਣਦਾ ਹੈ। ਜਦੋਂ ਸਮਾਜ ਹੀ ਇਹਨਾਂ ਲੋਕਾਂ ਨੂੰ ਲਤਾੜਨ ਲੱਗੇਗਾ ਤਾਂ ਉਹ ਲੋਕ ਹਟਣਗੇ। ਅੱਜ ਸਾਡੀ ਸੁਸਾਇਟੀ ਸ਼ਰਾਬ ਨੂੰ ਐਨਕਰੇਜ ਕਰਦੀ ਹੈ। ਸ਼ਰਾਬ ਦਾ ਪਸਾਰਾ ਕਿਉਂ ਵੱਧ ਰਿਹਾ ਵਿਆਹ ਸ਼ਾਦੀਆਂ 'ਚ? ਉਹਨੂੰ ਅਸੀਂ ਸੋਸ਼ਲ ਡਰਿੰਕ ਦਾ ਨਾਮ ਦੇ ਦਿੱਤਾ। ਜਦੋਂ ਸਿੱਖ ਨੂੰ ਆਪਣੇ ਵਿਆਹ ਸ਼ਾਦੀਆਂ 'ਚ ਨੂੰ ਐਡ ਆਨ ਕਰ ਲਿੱਤਾ ਤੇ ਉਹ ਦੂਰ ਕਿੱਦਾਂ ਹੋਏਗੀ? ਸਾਡੇ ਘਰਾਂ 'ਚੋਂ ਕਿ ਘਰਾਂ 'ਚ ਵੀ ਪਹੁੰਚ ਗਈ। ਘਰ ਵਿੱਚ ਉੱਪਰ ਬਾਬਾ ਜੀ ਦਾ ਪ੍ਰਕਾਸ਼ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਉੱਪਰ ਪ੍ਰਕਾਸ਼ ਹੈ, ਥੱਲੇ ਬੈਠਾ ਬੰਦਾ ਸ਼ਰਾਬ ਪੀ ਕੇ ਸਵੇਰੇ ਉੱਠ ਕੇ ਹੀ ਬੰਦਾ ਨਹਾ ਧੋ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਰਿਹਾ ਹੈ। ਕਿਹੜੀ ਸਿੱਖੀ ਹੈ? ਇਹਨੂੰ ਕਿਹੜੀ ਕੈਟੇਗਰੀ ਤੁਸੀਂ ਇਹਨੂੰ ਗਿਣੋਗੇ? ਇਸ ਕਰਕੇ ਸਾਨੂੰ ਇਸ ਬਾਰੇ, ਉਹ ਜਿਹੜੇ ਉਹਦੇ ਆਂਢੀ ਗੁਆਂਢੀ ਨੇ ਔਖਾ ਨੂੰ ਉੱਠ ਕੇ ਕਿਉਂ ਬੈਠੇ ਨੇ? ਉਹਨਾਂ ਨੂੰ ਪਤਾ ਹੈ ਰਾਤੀ ਬੰਦਾ ਸ਼ਰਾਬ ਪੀਂਦਾ ਹੈ, ਸਵੇਰੇ ਉੱਠ ਕੇ ਮਾਤਾ ਪ੍ਰਕਾਸ਼ ਕਰਦਾ, ਉਹਦੇ ਘਰੋਂ ਜਾ ਕੇ ਸਾਰਾ ਮਹੱਲਾ ਇਕੱਠਾ ਹੋ ਕੇ ਉਹਦੇ ਘਰੋਂ ਸਰੂਪ ਕਿਉਂ ਨਹੀਂ ਚੱਕ ਕੇ ਲਿਆਉਂਦੇ? ਇਹ ਤੁਹਾਡੀ ਜ਼ਿੰਮੇਵਾਰੀ ਨਹੀਂ ਹੈ? ਜਦੋਂ ਕਿਤੇ ਮਾਰੇ ਦਾ ਅੰਗ ਹੋ ਜਾਂਦਾ, ਬੇਅਦਬੀ ਹੋ ਜਾਂਦੀ ਹੈ, ਉਦੋਂ ਸਾਰਾ ਪੰਥ ਇਕੱਠਾ ਹੋ ਜਾਂਦਾ, ਬੇਅਦਬੀ ਹੋ ਗਈ, ਬੇਅਦਬੀ ਹੋ ਗਈ। ਇਹ ਬੇਅਦਬੀ ਨਹੀਂ ਹੋ ਰਹੀ ਘਰਾਂ ਵਿੱਚ? ਇਹ ਸਰੇਆਮ ਬੇਅਦਬੀ ਘਰਾਂ 'ਚ ਹੋ ਰਹੀ ਹੈ। ਇੱਥੇ ਸਾਡੀ ਸ਼੍ਰੋਮਣੀ ਕਮੇਟੀ ਇੱਥੇ ਕਿਉਂ ਨਹੀਂ ਬੋਲਦੀ? ਕਿਉਂਕਿ ਸਾਡੇ ਲੀਡਰ ਬਹੁਤੇ ਜਿਹੜੇ ਸੋ ਕਾਲਡ ਅਕਾਲੀ ਨੇ ਉਹ ਸ਼ਰਾਬੀ ਨੇ। ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ, ਮੈਂ ਕਿਸ ਤੋਂ ਡਰਦਾ ਗੱਲ ਕਹਿਣ ਲੱਗਿਆ। ਸਾਡੇ ਬਹੁਤੇ ਅਕਾਲੀ ਅਫੀਮਚੀ ਦੇ ਸ਼ਰਾਬੀ ਨੇ। ਇਲੈਕਸ਼ਨ ਵਿੱਚੋਂ ਭੁੱਕੀਆਂ ਵੰਡਦੇ ਨੇ, ਗੁਰਦੁਆਰਿਆਂ ਦੀ ਇਲੈਕਸ਼ਨ 'ਚ ਭੁੱਕੀ ਵੰਡਦੇ ਨੇ। ਦੱਸੋ ਕੀ ਬੇੜਾ ਤਾਂ ਇਹਨਾਂ ਲੋਕਾਂ ਨੇ ਘਰ ਕੀਤਾ ਸਾਡਾ ਕੌਮ ਦਾ? ਅਸੀਂ ਕਦੋਂ ਜਾਗਾਂਗੇ ਤੇ ਕਦੋਂ ਇਹ ਕੁਰੀਤੀਆਂ ਦੂਰ ਕਰਾਂਗੇ? ਕੱਲੀ ਦੀਵਾਲੀ ਨਾਲ ਨਹੀਂ ਕੁਝ ਹੋਣਾ। ਇਹਨੂੰ ਅਸੀਂ ਇਸ ਚੀਜ਼ ਨੂੰ ਆਪਣੀ ਜ਼ਿੰਦਗੀ 'ਚੋਂ ਮਾਈਨਸ ਕਰਨਾ ਪੈਣਾ ਹੈ। ਸਮਾਜ ਨੂੰ ਜਾਗਣਾ ਪੈਣਾ। ਸਮਾਜ ਨੂੰ, ਜਦ ਤੱਕ ਸਮਾਜ ਸੁਚੇਤ ਨਹੀਂ ਹੋਵੇਗਾ, ਪੰਥ ਸੁਚੇਤ ਨਹੀਂ ਹੋਏਗਾ, ਸੰਗਤ ਸੁਚੇਤ ਨਹੀਂ ਹੋਏਗੀ, ਉਦੋਂ ਤੱਕ ਅਸੀਂ ਪੰਥ ਵਿੱਚੋਂ ਇਹ ਬੁਰਾਈਆਂ ਜਾਂ ਸਮਾਜ ਵਿੱਚੋਂ ਇਹ ਬੁਰਾਈਆਂ ਨੂੰ ਦੂਰ ਨਹੀਂ ਕਰ ਸਕਦੇ। ਚਾਹੇ ਦੀਵਾਲੀ ਦੀਆਂ ਕੁਰੀਤੀਆਂ ਹੋਣ ਤੇ ਚਾਹੇ ਵਿਆਹ ਸ਼ਾਦੀ ਦੀਆਂ ਕੁਰੀਤੀਆਂ ਹੋਣ। ਸੋ ਗੁਰੂ ਪਿਆਰਿਓ, ਬਿਲਕੁਲ ਸਹੀ ਗੱਲ ਭਾਈ ਸਾਹਿਬ ਜੀ ਦੀ ਕਿ ਕੱਲੇ ਬੰਦੇ ਦੀ, ਕੱਲੇ ਇਨਸਾਨ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਕੁਰੀਤੀਆਂ ਨੂੰ ਦੂਰ ਕਰਨ ਦੇ ਵਿੱਚ ਆਪਣੇ ਯੋਗਦਾਨ ਪਾਇਆ ਜਾਏ। ਨਾ ਕਿ ਕਿਸੇ ਸਰਕਾਰਾਂ ਦੀ ਜਾਂ ਕਿਸੇ ਪ੍ਰਚਾਰਕਾਂ ਦੀ ਇਹ ਡਿਊਟੀ ਕੱਲਿਆਂ ਦੀ ਬਣਦੀ ਹੈ। ਸਭ ਦਾ ਹੀ ਹੱਕ ਬਣਦਾ, ਸਭ ਦੀ ਡਿਊਟੀ ਸਮਝ ਕੇ, ਆਪੋ ਆਪਣੀ ਡਿਊਟੀ ਸਮਝ ਕੇ ਆਪਾਂ ਇਸ ਫੀਲਡ ਦੇ ਵੱਲ ਗਰਾਊਂਡ ਲੈਵਲ ਤੇ ਉਤਰ ਕੇ ਕੰਮ ਕਰੀਏ। ਜਿੱਥੇ ਕੋਈ ਸਾਨੂੰ ਕੋਈ ਮਾੜਾ ਕਰਮ ਕਰਦਾ ਦਿਖਦਾ ਤਾਂ ਉਹਨੂੰ ਟੋਕੀਏ, ਉਹਨੂੰ ਲਾਂਘਤਾ ਪਾਈਏ ਵੀ ਤੂੰ ਇਹ ਗਲਤ ਕਰ ਰਿਹਾ। ਗੁਰੂ ਸਾਹਿਬ ਬਖਸ਼ਿਸ਼ ਕਰਨ। ਦੀਵਾਲੀ ਦਾ ਤਿਉਹਾਰ, ਬੰਦੀ ਛੋੜ ਦਿਵਸ ਆਪਾਂ ਸਾਰੇ ਰਲ ਮਿਲ ਕੇ ਖੁਸ਼ੀਆਂ ਦੇ ਨਾਲ ਮਨਾਈਏ। ਗੁਰੂ ਸਾਹਿਬ ਦੇ ਸਿਧਾਂਤ ਨੂੰ ਯਾਦ ਰੱਖੀਏ ਤੇ ਗੁਰੂ ਸਾਹਿਬ ਜੀ ਦੇ ਕਹੇ ਹੋਏ ਰਸਤੇ ਦੇ ਉੱਤੇ ਚੱਲਣ ਦਾ ਯਤਨ ਕਰੀਏ। ਸੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਾਂਗੇ। ਸੋ ਭਾਈ ਸਾਹਿਬ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ। ਤੁਸੀਂ ਆਪਣੇ ਵਡਮੁੱਲੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕੀਤੇ ਸਾਡੇ ਇਸ ਪ੍ਰੋਗਰਾਮ ਆਪ ਜੀ ਦਾ ਧੰਨਵਾਦ। ਤੁਸੀਂ ਮੈਨੂੰ ਆਪਣੇ ਵਲਗਲੇ ਸੰਗਤ ਨਾਲ ਸਾਂਝੇ ਕਰਨ ਲਈ ਇਹ ਪਲੇਟਫਾਰਮ ਦਿੱਤਾ ਜਿਹੜਾ ਖਾਲਸਾ ਪ੍ਰਚਾਰ ਮਿਸ਼ਨ ਟੀਵੀ ਦੇ ਰਾਹੀਂ। ਮੈਂ ਆਪ ਜੀ ਦਾ ਵੀ ਧੰਨਵਾਦ ਕਰਦਾ ਹਾਂ। ਨਾਲ ਸਾਰੀਆਂ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕਰਦਾ ਕਿ ਇਸ ਦਿਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਜ਼ਰੂਰ ਯਾਦ ਕਰਿਆ ਕਰੋ।
ਸੋ ਗੁਰੂ ਪਿਆਰਿਓ, ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਕੋਈ ਹੋਰ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਵਾਂਗੇ। ਸੋ ਪ੍ਰੋਗਰਾਮ ਚੰਗਾ ਲੱਗੇ ਤਾਂ ਜਰੂਰ ਸ਼ੇਅਰ ਕਰਿਓ, ਆਪਣੀਆਂ ਭਾਵਨਾਵਾਂ ਕਮੈਂਟਸ ਦੇ ਵਿੱਚ ਸਾਡੇ ਨਾਲ ਸਾਂਝੀਆਂ ਕਰਿਓ, ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਆਪਣੇ ਮਿੱਤਰਾਂ ਦੋਸਤਾਂ ਤੋਂ ਜਰੂਰ ਕਰਵਾਇਓ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।